सारी संगत रसना नु करो पवित्र कह दो जी। सतनाम श्री वाहिगुरु। हम अवगुण भरे गुण नाही, अमृत छाड़ बिखै बिख खाही। माया मोह भरम पै भूलै, सुख दारा स्यों प्रीत लगाई। एक उत्तम पंथ सुनियो गुर संगत, तेह मलंत जम त्रास मिटाई। एक अरदास पाठ कीर्त की, गुरु रामदास राखो सरनाई। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਰੀਆਂ ਹੀ ਸੰਗਤਾਂ ਸਤਿਗੁਰਾਂ ਦੀ ਅਸੀਸ ਲੈਣ ਵਾਸਤੇ, ਆਪਣਾ ਤਨ ਵੀ ਨਿਹਾਲ ਕਰਨ ਵਾਸਤੇ ਤੇ ਮਨ ਵੀ ਨਿਹਾਲ ਕਰਨ ਵਾਸਤੇ ਸਾਹਿਬਾਂ ਦੇ ਦਰਸ਼ਨ ਦਿਦਾਰੇ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰੀਏ ਤੇ ਤਨ ਦੇ ਰੋਗ ਦੂਰ ਹੋ ਜਾਂਦੇ ਆ। ਤੇ ਜਿਹੜਾ ਢੈਂਡਾ ਮਨ ਹੁੰਦਾ ਨਾ, ਢੈਂਡਾ ਜੀ, ਉਹ ਵੀ ਚੜ੍ਹਦੀ ਕਲਾ ਦੇ ਨਾਲ ਉੱਠ ਕੇ ਖਲੋ ਜਾਂਦਾ ਹੈ। ਗੁਰੂ ਕਿਰਪਾ ਕਰ ਦਿੰਦਾ, ਜਾਗ ਪੈਂਦਾ। ਮਹਾਰਾਜ ਦੀ ਵੱਡੀ ਕਿਰਪਾ ਹੋਈ ਹੈ ਸਤਿਗੁਰਾਂ ਦੀ। ਗੁਰਮੁਖ ਪਰਿਵਾਰ ਨੇ 3 ਰੋਜ਼ ਤੋਂ ਧੁਰ ਕੀ ਬਾਣੀ ਆਈ, 3 ਸਗਲੀ ਚਿੰਤ ਮਟਾਈ। ਆਦ ਤੋਂ ਮੱਧ, ਮੱਧ ਤੋਂ ਅੰਤ ਤੱਕ ਸੰਪੂਰਨ ਸਤਿਗੁਰੂ ਜੀ ਦੀ ਇਲਾਹੀ ਗੁਰਬਾਣੀ ਦੇ ਭੋਗ ਪਏ ਨੇ। ਉਪਰੰਤ ਆਪ ਜੀ ਸਰਵਣ ਕਰ ਰਹੇ ਸੀ, ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਸਤਿਗੁਰੂ ਜੀ ਦੀ ਇਲਾਹੀ ਗੁਰਬਾਣੀ ਦਾ ਗਾਇਨ ਵੀਰ ਜੀ ਬੜੇ ਪਿਆਰ ਦੇ ਨਾਲ ਆਪ ਜੀ ਨੂੰ ਸ਼ਬਦ ਦੁਆਰਾ ਨਿਹਾਲ ਕਰ ਰਹੇ ਸਨ। ਗੁਰੂ ਮਹਾਰਾਜ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਢਾਡੀਆਂ ਦੇ ਪਤਾਮਾ, ਸਤਿਗੁਰਾਂ ਦੀ ਕਿਰਪਾ ਹੋਈ ਹੈ। ਆਪ ਜੀ ਦੀ ਸੇਵਾ ਦੇ ਵਿੱਚ ਕੁਝ ਨਾ ਕੁਝ ਕਹਿਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਬਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਣ, ਸਤਿਗੁਰਾਂ ਦਾ, ਯੋਧਿਆਂ ਦਾ ਇਤਿਹਾਸ ਆਪ ਜੀ ਦੀ ਸੇਵਾ ਦੇ ਵਿੱਚ ਬਿਆਨ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਨੇ ਸਮਾਂ ਬਣਾਇਆ ਹੈ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਕਿਰਪਾ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਇੱਕੇ ਵਾਰੀ ਕਹਿਣ ਤੇ 2 ਵਾਰ ਵਾਹਿਗੁਰੂ ਦਾ ਸਿਮਰਨ ਕਰੀਏ। ਆਗੇ ਆਵਤ ਸਿੱਖ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਬਚਨ ਨੇ, ਸਿੱਖ ਨੂੰ ਸਿੱਖ ਮਿਲੇ, ਉਹਦੀ ਰਸਨਾ ਤੋਂ 2 ਵਾਰ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਵਾਹਿਗੁਰੂ ਗੁਰਮੰਤਰ ਹੈ ਜਪ ਭਉਮੈ ਖੋਈ। ਜਿਹੜਾ ਸੰਗਤ ਦੇ ਵਿੱਚ ਆਣ ਕੇ ਵਾਹਿਗੁਰੂ ਦਾ ਸਿਮਰਨ ਕਰੇਗਾ, ਉਹਦੇ ਹੰਕਾਰ ਦਾ ਨਾਸ ਹੋ ਜਾਵੇਗਾ। ਜਿਹੜਾ ਕੇਵਲ ਤੇ ਕੇਵਲ ਬੰਦੇ ਨੂੰ ਰੋਗ ਲੱਗਾ ਹੋਇਆ, ਇਨਸਾਨ ਨੂੰ ਲੱਗਿਆ ਹੋਇਆ, ਕਿਸੇ ਪਸ਼ੂ ਪਰਿੰਦੇ ਨੂੰ ਨਹੀਂ ਲੱਗਾ ਹੋਇਆ। ਭਾਈ ਸਾਹਿਬ ਜੀ ਦਾ ਫਰਮਾਨ ਹੈ, ਉਹ ਚੜ੍ਹਦੀ ਕਲਾ ਦੇ ਨਾਲ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਕਿਰਪਾ ਕਰਨ, ਜਿਹੜੀਆਂ ਸ਼ੁਭ ਭਾਵਨਾਵਾਂ ਕਰਕੇ ਗੁਰਮੁਖ ਪਰਿਵਾਰ ਨੇ ਬੱਚੀ ਦਾ ਜਨਮ ਦਿਨ ਮਨਾਉਂਦਿਆਂ ਹੋਇਆਂ ਸਤਿਗੁਰੂ ਜੀ ਦੀ ਇਲਾਹੀ ਗੁਰਬਾਣੀ ਦਾ ਓਟ ਆਸਰਾ ਲਿਆ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਿੰਨਾ ਪੁੱਤਰ ਨੂੰ ਮਾਣ, ਓਨਾ ਹੀ ਧੀ ਨੂੰ ਮਾਣ ਦਿੱਤਾ ਗਿਆ। ਇੱਕ ਸ਼ੇਰ ਕਹਿ ਕੇ ਮੈਂ ਅਗੇਰੇ ਜਾਣ ਦਾ ਯਤਨ ਕਰਾਂਗਾ। ਹਮੇਸ਼ਾ ਹੀ ਬਾਬਲ ਦੇ ਵਿਹੜੇ ਦੀ, ਆਪਣੇ ਮਾਤਾ ਪਿਤਾ ਦੇ ਵਿਹੜੇ ਦੀ ਧੀਆਂ ਸੁੱਖ ਮਨਾਉਂਦੀਆਂ ਨੇ। ਜਦੋਂ ਆਪਾਂ ਪੁਰਾਤਨ ਇਤਿਹਾਸ ਪੜ੍ਹੀਏ ਤੇ ਬੜੀਆਂ ਸਾਖੀਆਂ ਐਸੀਆਂ ਨੇ ਜਦੋਂ ਧੀਆਂ ਦੇ ਕੋਲੋਂ ਅਰਦਾਸ ਕਰਾਈ ਜਾਂਦੀ ਸੀ। ਗੁਰੂ ਨਾਨਕ ਸਾਹਿਬ ਜੀ ਦੇ ਉਸ ਸਮੇਂ ਦੇ ਜਿਹੜੇ ਸਮਕਾਲੀ ਉਸ ਵੇਲੇ ਦੇ ਵਿਦਵਾਨ ਪੁਰਸ਼ ਹੋਏ ਨੇ, ਉਹਨਾਂ ਨੇ ਲਿਖਿਆ ਹੈ ਕਿ ਉਸ ਵੇਲੇ ਧੀਆਂ ਦੀ ਅਰਦਾਸ ਪ੍ਰਵਾਨ ਹੁੰਦੀ ਸੀ। ਸਤਿਗੁਰੂ ਜੀ ਕਿਰਪਾ ਕਰਨ, ਬੱਚੀ ਨੂੰ ਦੇਹ ਰੋਗਤਾ, ਤੰਦਰੁਸਤੀ, ਮਾਤਾ ਪਿਤਾ ਦਾ ਆਗਿਆਕਾਰੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਜ਼ਰੋਂ ਨਜ਼ਰ ਨਿਹਾਲ ਕਰਨ। ਸਾਕੇ 2 ਨੇ, ਇੱਕ ਤੇ 1978 ਦੀ ਵਿਸਾਖੀ, ਉਹਦੇ ਉੱਤੇ ਵੀ ਆਪਾਂ ਆਪ ਜੀ ਦੀ ਸੇਵਾ ਦੇ ਵਿੱਚ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਹੈ। ਤੇ ਦੂਸਰੀ ਵਿਸਾਖੀ 30 ਮਾਰਚ ਸਨ 1699 ਨੂੰ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਖੰਡੇ ਦੀ ਤੇਜ਼ ਧਾਰ ਦੇ ਵਿੱਚੋਂ ਖਾਲਸਾ ਪ੍ਰਗਟ ਕੀਤਾ। ਜਿਹੜੀ ਚੀਜ਼ ਦਾ ਜਨਮ ਹੋਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ, ਉਹਦਾ ਮਰਨ ਹੋਵੇਗਾ। ਪਰ ਜਿਹੜੀ ਚੀਜ਼ ਪ੍ਰਗਟ ਹੋਈ ਨਾ, ਉਹਦਾ ਕਦੀ ਵੀ ਜਿਹੜਾ ਹੈ ਪ੍ਰਗਟ ਦਿਹਾੜਾ ਮਨਾਇਆ ਜਾਵੇਗਾ, ਪਰ ਉਹਦਾ ਜੋਤੀ ਜੋਤ ਪੁਰਬ ਨਹੀਂ ਆਵੇਗਾ। ਮਾਫ ਕਰਨਾ, ਜਿਹੜੀ ਚੀਜ਼ ਪ੍ਰਗਟ ਹੋਈ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ। ਅਕਾਲ ਪੁਰਖ ਇੱਕ, ਅਕਾਲ ਪੁਰਖ ਵਾਹਿਗੁਰੂ। ਮਹਾਰਾਜ ਸਾਹਿਬ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਕੌਣ ਹੋ, ਤੁਹਾਡੀ ਜਿੱਤ ਹੋਈ ਏ। ਮਹਾਰਾਜ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣੇ ਆਇਓ ਜਗਤ ਤਮਾਸ਼ਾ। ਮੈਂ ਪਰਮਾਤਮਾ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਦਾਸ ਹਾਂ ਤੇ ਦੁਨੀਆ ਦਾ ਤਮਾਸ਼ਾ ਵੇਖਣ ਵਾਸਤੇ ਆਇਆ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਵਿਸਾਖੀ ਮਨਾਈ। ਆਪਾਂ ਵੈਸੇ ਜ਼ਿਆਦਾ ਜ਼ਿਕਰ ਕਰਦੇ ਹਾਂ ਕਿ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਸਾਖੀ ਪੁਰਬ ਮਨਾਇਆ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ, ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ 12 ਵਾਰ ਦਿੱਤੇ,
ਮਹਾਰਾਜ ਕਹਿੰਦੇ ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਨਿਧਰਿਆਂ ਦੇ ਧਿਰ, ਨਿਪਰਿਆਂ ਦੇ ਪੀਰ, ਨਿਆਸਰਿਆਂ ਦੇ ਆਸਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਹਾਲੇ ਗੁਰੂ ਨਹੀਂ ਬਣੇ। ਪਾਣੀ ਦੀ ਗਾਗਰ ਚੁੱਕ ਕੇ ਲੈ ਕੇ ਆ ਰਹੇ ਨੇ, ਠੇਡਾ ਵੱਜਾ ਮਹਾਰਾਜ ਸਾਹਿਬ ਜੀ ਧਰਤੀ ਤੇ ਡਿੱਗ ਪਏ ਨੇ ਸਤਿਗੁਰੂ, ਪਰ ਗਾਗਰ ਦੇ ਵਿੱਚੋਂ ਪਾਣੀ ਨਹੀਂ ਡੋਲਣ ਦਿੱਤਾ। ਤੇ ਲਾਗੇ ਦੋ ਜੀ ਉਹਨਾਂ ਦੀ ਛੋਟਾ ਜਿਹਾ ਘਰ ਸੀ, ਸੁੱਤੇ ਸਨ। ਤੇ ਘਰ ਵਾਲੀ ਦਾ ਪਤੀ ਉੱਠਿਆ, ਕਹਿਣ ਲੱਗਾ, ਜਦੋਂ ਉੱਠ ਕੇ ਤੁਰਨ ਲੱਗਾ ਤੇ ਘਰ ਵਾਲੀ ਨੇ ਬਾਹੋਂ ਫੜ ਲਿਆ, ਕਹਿੰਦੀ ਜਾਣ ਦੀ ਕੋਈ ਲੋੜ ਨਹੀਂ। ਕਹਿੰਦਾ ਭਾਗਾਂ ਵਾਲੀਏ ਬਾਹਰ ਖੜਾਕ ਹੋਇਆ, ਲੱਗਦਾ ਕੋਈ ਬੰਦਾ ਆਇਆ। ਤੇ ਉਹਨੇ ਬਚਨ ਕਹਿ ਦਿੱਤਾ, ਜਿਹੜਾ ਬਚਨ ਉਹਨੇ ਕਿਹਾ ਮੈਂ ਕਵਾਂਗਾ ਹੀ ਨਹੀਂ ਆਪਣੇ ਗੁਰੂ ਦੀ ਬਾਤ। ਕਹਿਣ ਲੱਗੀ ਗੁਰੂ ਅਮਰਦਾਸ ਮਹਾਰਾਜ ਦਾ ਅੱਧਾ ਨਾਂ ਲੈ ਕੇ, ਤੇ ਕਹਿਣ ਲੱਗੀ ਇੱਕੋ ਹੀ ਬਚਨ ਕਿਹਾ, ਇਹ ਨੁਗਰਾ ਤੁਰਿਆ ਫਿਰਦਾ। ਮਹਾਰਾਜ ਨੇ ਆਖਿਆ ਭਾਗਾਂ ਵਾਲੀਏ ਝੱਲੀਏ, ਮੈਂ ਤੇ ਗੁਰੂ ਵਾਲਾ ਵਾਂ, ਤੂੰ ਕਿਉਂ ਝੱਲੀਆਂ ਗੱਲਾਂ ਕਰਦੀ? ਉਸੇ ਵੇਲੇ ਹੀ ਮੈਂਟਲ ਹੋ ਗਈ, ਉਹ ਝੱਲੀ ਹੋ ਗਈ। ਹਾਲੇ ਗੁਰੂ ਨਹੀਂ ਬਣੇ ਮਹਾਰਾਜ। ਵੇਖੋ ਸੇਵਾ ਕਰਦਿਆਂ ਕਰਦਿਆਂ ਕਿੱਡੀਆਂ ਸਤਿਗੁਰੂ ਕਿਰਪਾ ਕਰਦੇ ਨੇ। ਜਿਹੜੇ ਸੇਵਾ ਕਰਦੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ, ਉਹਨਾਂ ਦੇ ਬਚਨ ਪੂਰੇ ਹੋਣ ਲੱਗ ਪੈਂਦੇ ਨੇ। ਜਿਉਂ-ਜਿਉਂ ਸੇਵਾ ਕਰੀ ਜਾਓਗੇ, ਸਿਮਰਨ ਕਰੀ ਜਾਓਗੇ, ਤਿਉਂ-ਤਿਉਂ ਹੀ ਕਿਰਪਾ ਹੋਈ ਜਾਣੀ, ਮਹਾਰਾਜ ਦੀ ਰਹਿਮਤ ਹੋਈ ਜਾਣੀ। ਫਿਰ ਫੁਰਨੇ ਹੀ ਹੋਣੇ, ਤੁਹਾਨੂੰ ਫੁਰਨੇ ਹੀ ਪੂਰੇ ਹੋਣੇ। 5 ਪਾਠ ਐਵਰੀਡੇ ਡੇਲੀ ਜੇ ਕਿਤੇ ਜਪਜੀ ਸਾਹਿਬ ਦੇ ਮਨ ਬਿਰਤੀ ਇਕਾਗਰ ਕਰਕੇ ਕਰੀਏ ਨਾ, ਤੇ ਮਹਾਰਾਜ ਕਹਿੰਦੇ ਬ੍ਰਹਮ ਗਿਆਨਤਾ ਪ੍ਰਾਪਤ ਹੋ ਜਾਂਦੀ। ਆਉਣ ਵਾਲੇ ਸਮੇਂ ਦੀ ਜਿਹੜੀ ਨਾ ਬੰਦੇ ਨੂੰ ਸੋਝੀ ਆਉਣ ਲੱਗ ਪੈਂਦੀ ਵੀ ਮੈਨੂੰ ਕੀ ਹੋਣ ਵਾਲਾ ਹੈ, ਕੈਸਾ ਸਮਾਂ ਆਵੇਗਾ। ਰਾਹ ਵਿਚਾਰ ਮਜਬੂਰ ਬੜਾ ਲੰਮਾ ਹੈ, ਮੈਂ ਆਪਣੇ ਪ੍ਰਕਰਨ ਵੱਲ ਵਧਣ ਦਾ ਯਤਨ ਕਰਾਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨੇ, ਤੇ ਇੱਕ ਸਿੱਖ ਬਰਤਨ ਮਾਂਜਦਾ ਹੈ, ਜੋੜੇ ਸਾਫ਼ ਕਰਦਾ ਹੈ, ਬੜੀ ਸੇਵਾ ਕਰਦਾ ਹੈ, ਮੰਗਦਾ ਕੁਝ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਮਹਾਰਾਜ ਕਹਿੰਦੇ ਜਾਓ ਭਾਈ ਪਾਰੋ ਨੂੰ ਬੁਲਾ ਕੇ ਲੈ ਕੇ ਆਓ। ਲਿਆਂਦਾ ਗਿਆ। ਮਹਾਰਾਜ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਰੋਜ਼ ਸੇਵਾ ਬੜੀ ਕਰਦੇ ਹੋ, ਲੰਗਰ ਦੇ ਵਿੱਚ ਬਰਤਨ ਮਾਂਜਦੇ ਹੋ ਝੂਠੇ, ਤੁਸੀਂ ਸੰਗਤਾਂ ਦੇ ਜੋੜੇ ਝਾੜਦੇ ਹੋ, ਟੋਕਰੀ ਢੋਂਦੇ ਹੋ, ਕਦੀ ਕੁਝ ਮੰਗਿਆ ਹੀ ਨਹੀਂ। ਬਾਬੇ ਨਾਨਕ ਦੇ ਘਰ ਦੇ ਵਿੱਚੋਂ ਕੁਝ ਮੰਗ ਲਓ। ਇੱਕ ਵਾਰੀ ਕਹਿ ਦਿਓ ਜੀ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮਹਾਰਾਜ ਮੰਗਣਾ ਕੀ ਹੈ, ਤੁਹਾਡੇ ਦਰਸ਼ਨ ਕਰਕੇ ਨਿਹਾਰ ਲਈਦਾ, ਕਿਸੇ ਚੀਜ਼ ਦੀ ਲੋੜ ਹੀ ਨਹੀਂ। ਆਪ ਜੀ ਦੀ ਅਪਾਰ ਕਿਰਪਾ ਹੈ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਨਹੀਂ ਭਾਈ ਪਾਰੋ ਜੀ ਫਿਰ ਵੀ ਕੁਝ ਨਾ ਕੁਝ ਤੇ ਮੰਗੋ। ਕਹਿੰਦਾ ਮਹਾਰਾਜ ਜੇ ਤੁਠੇ ਹੋ ਨਾ, ਹੱਥ ਜੋੜ ਕੇ ਨਿਮਰਤਾ ਦੇ ਵਿੱਚ ਆਣ ਕੇ ਨੀਵੀਂ ਪਾ ਕੇ, ਕਹਿੰਦਾ ਮਹਾਰਾਜ ਮੈਂ ਜਦੋਂ ਸਿੱਖਾਂ ਦੇ ਦਰਸ਼ਨ ਕਰਦਾ ਮੇਰਾ ਮਨ ਬੜਾ ਨਿਹਾਲ ਹੁੰਦਾ। ਮੇਰਾ ਦਿਲ ਕਰਦਾ ਹੈ ਜਿੰਨੇ ਵੀ ਤੁਹਾਨੂੰ ਪਿਆਰ ਕਰਨ ਵਾਲੇ ਸਿੱਖ ਨੇ ਨਾ, ਉਹਨਾਂ ਸਾਰਿਆਂ ਨੂੰ ਬੁਲਾਓ ਤੇ ਸਾਰਿਆਂ ਦੇ ਦਰਸ਼ਨ ਕਰਾਓ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਪਾਰੋ ਇੰਨੇ ਪਰਉਪਕਾਰ ਦੀ ਬਿਰਤੀ ਤੁਹਾਡੀ। ਆਪਾਂ ਜਦੋਂ ਦੂਰੋਂ ਦੂਰੋਂ ਆਪਣੇ ਘਰਾਂ ਤੋਂ ਚੱਲ ਕੇ ਆਉਣੇ, ਇੱਕ ਦੂਸਰੇ ਨੂੰ ਬੁਲਾਉਣੇ ਆ, ਇੱਕ ਦੂਸਰੇ ਨੂੰ ਮਿਲਦੇ ਆ, ਦਰਸ਼ਨ ਦਿਦਾਰੇ ਕਰਦੇ ਆ। ਕੋਈ ਪੂਰਬਲਾ ਕਰਮ ਹੈ ਜਿਹੜਾ ਬੰਦਾ ਕਿਸੇ ਨੂੰ ਮਿਲਦਾ ਹੈ। ਇਹ ਕੋਈ ਗੁਰੂ ਗੋਬਿੰਦ ਸਿੰਘ ਦੇ ਪਾਤਸ਼ਾਹ ਦੇ ਸਮੇਂ ਤੋਂ ਚੱਲੇ ਆ ਰਹੇ ਸਿੱਖ ਮਹਾਂਪੁਰਸ਼ਾਂ ਦੇ ਬਚਨ ਨੇ ਵੀ ਜਿਹੜੇ ਸਿੱਖ ਇਕੱਠੇ ਹੋ ਕੇ ਬੈਠਦੇ ਨਾ, ਇਹ ਪ੍ਰਾਤਨ ਰੂਹਾਂ ਚੱਲਦੀਆਂ ਆਉਂਦੀਆਂ, ਉਸੇ ਤਰ੍ਹਾਂ ਹੀ ਗੁਰੂ ਦੇ ਚਰਨਾਂ 'ਚ ਬੈਠਦੀਆਂ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਹੋਰ ਕਿਰਪਾ ਕਰੋ ਕਹਿ ਦਿਓ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭਾਈ ਪਾਰੋ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਇੱਕ ਜੋੜ ਮੇਲਾ ਮਨਾਇਆ, ਜਿਹਨੂੰ ਜੋੜ ਮੇਲੇ ਨੂੰ ਨਾਮ ਦਿੱਤਾ ਗਿਆ ਵਿਸਾਖੀ ਪੁਰਬ, ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਉਸ ਤੋਂ ਉਪਰੰਤ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਵਿਸਾਖੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਈ। ਉਹਨਾਂ ਤੋਂ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਵਿਸਾਖੀ ਪੁਰਬ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ। ਸਮਾਂ ਆਪਣੀ ਚਾਲੇ ਚੱਲਦਾ ਗਿਆ, ਜੰਗਾਂ ਜੁੱਧਾਂ ਹੁੰਦੀਆਂ ਰਹੀਆਂ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ 4 ਜੰਗਾਂ ਲੜੀਆਂ। ਮਹਾਰਾਜ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜਿਨ੍ਹਾਂ ਸਤਿਗੁਰਾਂ ਨੇ ਘੋੜ ਸਵਾਰ ਰੱਖੇ, ਸਤਿਗੁਰਾਂ ਨੇ ਆਪਣੇ ਬਚਨਾਂ ਦੇ ਨਾਲ ਹੀ ਦੁਸ਼ਮਣਾਂ ਦਾ ਨਾਸ਼ ਕੀਤਾ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਤਿਆਗ ਦੀ ਮੂਰਤ, ਜਿਨ੍ਹਾਂ ਦੀ ਬਾਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਫਰਮਾਨ ਹੈ ਦਸਮ ਦੀ ਬਾਣੀ ਦੇ ਵਿੱਚ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਟਿਆਂ ਸਭ ਦੁੱਖ ਜਾਏ। ਇੰਨੇ ਸਤਿਗੁਰੂ ਜੀ ਤਿਆਗੀ ਤੇ ਪਰਉਪਕਾਰੀ, ਲੋਕਾਂ ਦਾ ਦੁੱਖ ਸਹਿੰਦੇ ਹੋਏ ਸਤਿਗੁਰਾਂ ਨੇ ਦੁਨੀਆ ਦੇ ਦੁੱਖ ਦੂਰ ਕਰਦਿਆਂ ਸਤਿਗੁਰਾਂ ਨੇ ਛੋਟੀ ਹਰਪਲਾ ਦੇ ਵਿੱਚ ਜਿਹੜਾ ਹੈ ਜੋਤੀ ਜੋਤ ਸਮਾਉਣਾ ਕੀਤਾ। ਮਹਾਰਾਜ ਸਾਹਿਬ ਜੀ ਦੀ ਸ਼ਹਾਦਤ, ਵੈਗਰੂ ਸਤਿਗੁਰਾਂ ਨੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਸ਼ਹਾਦਤ ਹੋਈ। ਲੰਮਾ ਸਮਾਂ ਬਤੀਤ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਭਾਈ ਜੈਤਾ ਮੰਜ਼ਿਲਾਂ ਨੂੰ ਮਾਰਦਾ ਹੋਇਆ ਕਿਹੜੇ ਪਿੰਡਾਂ ਦੇ ਵਿੱਚ ਕਿੱਥੋਂ ਹੁੰਦਾ, ਕਿੰਨਾ ਲੰਮਾ ਸਫ਼ਰ ਤੈਅ ਕੀਤਾ, ਮੇਰਾ ਮਜ਼ਬੂਰ ਲੰਮਾ ਹੋ ਜਾਵੇਗਾ। ਸਿੱਧੇ ਆਪਾਂ ਕੀਰਤਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚ ਜਾਈਏ। ਪਹੁੰਚਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਦਾ ਨਾਮ ਹੈ ਗੋਬਿੰਦ ਰਾਏ।
ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਦਾ ਹੈ। ਸਤਿਗੁਰਾਂ ਦੇ ਸਨਮੁਖ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦਾ ਸੀਸ ਲੈ ਕੇ ਆਇਆ ਹੈ। ਮਹਾਰਾਜ ਸਾਹਿਬ ਜੀ ਨੇ ਚੰਦਨ ਦੀ ਚੌਂਕੀ ਦੇ ਉੱਤੇ ਆਪਣੇ ਹੱਥਾਂ ਦੇ ਵਿੱਚ ਆਪਣੇ ਪਿਤਾ ਦਾ ਸੀਸ ਜਿਹੜਾ ਹੈ ਉਹ ਸਭਾਏਮਾਨ ਕੀਤਾ ਹੈ ਤੇ ਸਤਿਗੁਰਾਂ ਨੇ ਉਹ ਸੀਸ ਨੂੰ ਜਿਹੜਾ ਹੈ ਬੜੇ ਅਦਬ ਸਤਿਕਾਰ ਦੇ ਨਾਲ ਸਤਿਗੁਰਾਂ ਨੇ ਉਹਨਾਂ ਦਾ ਜਿਹੜਾ ਹੈ ਉਸ ਜਗ੍ਹਾ ਦੇ ਉੱਤੇ ਆਸਣ ਲਾਇਆ ਹੈ ਤੇ ਫਿਰ ਭਾਈ ਜੈਤੇ ਦੇ ਕੋਲ ਆ ਕੇ ਉਹਨਾਂ ਨੂੰ ਕੁੱਟ ਕੇ ਛਾਤੀ ਦੇ ਨਾਲ ਲਾ ਲਿਆ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਫਿਰ ਮਹਾਰਾਜ ਨੇ ਭਾਈ ਜੈਤੇ ਦੇ ਨਾਲ ਬਚਨ ਵਿਲਾਸ ਕਰਨੇ ਆਰੰਭ ਕਰ ਦਿੱਤੇ। ਮਹਾਰਾਜ ਕਹਿਣ ਲੱਗੇ, ਭਾਈ ਜੈਤਾ ਜੀ, ਜਦੋਂ ਤੁਸੀਂ ਦਿੱਲੀ ਦੇ ਵਿੱਚੋਂ ਇਹ ਭਾਣਾ ਵਾਪਰਿਆ ਤੇ ਉਸ ਵੇਲੇ ਉਸ ਜਗ੍ਹਾ ਦੇ ਉੱਤੇ ਇਕੱਠ ਕਿੰਨਾ ਕੁ ਸੀ? ਕਹਿੰਦਾ ਮਹਾਰਾਜ ਸਮਾਣੇ ਦੇ ਰਹਿਣ ਵਾਲਾ ਜਲਾਦ ਸੀ, ਜਲਾਲੋਦੀਨ ਉਹਦਾ ਨਾਮ ਸੀ। ਉਹਨੇ ਕਹਿਰ ਦੀ ਤਲਵਾਰ ਚਲਾਈ, ਆਪ ਜੀ ਦੇ ਪਿਤਾ ਦਾ ਧੜ ਦੇ ਨਾਲੋਂ ਸੀਸ ਜੁਦਾ ਕੀਤਾ ਗਿਆ। ਬੜੀ ਦੁਨੀਆ ਸੀ, ਹਾਹਾਕਾਰ ਮਚੀ ਹੋਈ ਸੀ। ਮਹਾਰਾਜ ਸਤਿਗੁਰੂ ਜੀ ਬਹੁਤ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨਾ ਕਾ ਇਕੱਠ ਸੀ। ਤੇ ਮਹਾਰਾਜ ਗੁਰੂ ਗੋਬਿੰਦ ਰਾਏ ਪਾਤਸ਼ਾਹ ਕਹਿਣ ਲੱਗੇ, ਭਾਈ ਜੈਤਿਆ ਸਿੱਖ ਕਿੰਨੇ ਕੁ ਸਨ ਉੱਥੇ? ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮਹਾਰਾਜ ਮੈਨੂੰ ਨਹੀਂ ਪਤਾ ਲੱਗਾ ਕੌਣ ਸਿੱਖ ਹੈ, ਕੌਣ ਹਿੰਦੂ ਹੈ, ਕੌਣ ਮੁਸਲਮਾਨ ਹੈ, ਕੌਣ ਜੰਨੀ ਹੈ, ਸਾਰੇ ਇੱਕੋ ਜਿਹੇ ਲੱਗਦੇ ਸੀ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਜੈਤਿਆ ਫਿਰ ਹੁਣ ਬਾਹਲੇ ਦੂਰ ਦੀ ਸਮਾਂ ਨਹੀਂ, ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਸਿੱਖ ਨੂੰ ਇੱਕ ਵੱਖਰਾ ਰੂਪ ਦਿਆਂਗਾ, ਸਿੱਖ ਨੂੰ ਇੱਕ ਵੱਖਰਾ ਨਾਮ ਦਿਆਂਗਾ, ਸਿੱਖ ਨੂੰ ਇੱਕ ਵੱਖਰੀ ਪਹਿਚਾਣ ਦਿਆਂਗਾ। ਲੱਖਾਂ ਦੇ ਵਿੱਚ ਖਲੋਤਾ ਹੋਇਆ ਵੀ ਸਿੱਖ ਜਦੋਂ ਤੁਰਿਆ ਕਰੇਗਾ ਤੇ ਲੋਕ ਇਹ ਨਹੀਂ ਕਿਹਾ ਕਰਨਗੇ ਕਿ ਤੁਸੀਂ ਇਹਨੂੰ ਪਹਿਚਾਣ ਨਹੀਂ ਸਕੇ, ਉਹ ਕਿਹਾ ਕਰਨਗੇ ਗੁਰੂ ਨਾਨਕ ਦੇ ਘਰ ਨੂੰ ਮੰਨਣ ਵਾਲਾ ਸਿੱਖ ਜਾਂਦਾ ਹੈ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਇਹੋ ਜਿਹਾ ਖਾਲਸਾ ਪੈਦਾ ਕਰ ਦਿਆਂਗਾ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਸ਼ਹਾਦਤ ਤੋਂ ਉਪਰੰਤ 1 ਸਾਲ ਗੁਰੂ ਗੋਬਿੰਦ ਰਾਏ ਪਾਤਸ਼ਾਹ ਕਿਸੇ ਦੇ ਨਾਲ ਬਾਹਲਾ ਜ਼ਿਆਦਾ ਬਚਨ ਵਿਲਾਸ ਨਹੀਂ ਕੀਤੇ। ਬਿਲਕੁਲ ਸਤਿਗੁਰੂ ਜੀ ਸ਼ਾਂਤ ਗੰਭੀਰ ਰਹਿੰਦੇ ਨੇ ਤੇ ਪ੍ਰਮਾਤਮਾ ਦੇ ਵਿੱਚ ਲੀਨ ਰਹਿੰਦੇ ਨੇ। 1 ਸਾਲ ਉਪਰੰਤ ਪੰਡਤਾਂ ਨੇ ਆਣ ਕੇ ਆਖਿਆ, ਮਹਾਰਾਜ ਸਾਡਾ ਦਿਲ ਕਰਦਾ ਜ਼ੁਲਮ ਬੜਾ ਹੋਇਆ ਏ, ਤੁਹਾਡੇ ਜਿਹੜੇ ਸਿੱਖ ਸਨ ਉਹਨਾਂ ਨੂੰ ਆਰਿਆਂ ਨਾਲ ਚੀਰਿਆ ਗਿਆ, ਦੇਗਾਂ ਵਿੱਚ ਉਬਾਲਿਆ ਗਿਆ, ਜਿਉਂਦਿਆਂ ਨੂੰ ਰੂਲ ਪੇਟ ਕੇ ਸਤੀ ਕਰ ਦਿੱਤਾ ਗਿਆ, ਤੁਹਾਡੇ ਪਿਤਾ ਦਾ ਧੜ ਦੇ ਨਾਲੋਂ ਸੀਸ ਜੁਦਾ ਕਰ ਦਿੱਤਾ ਗਿਆ। ਸਾਨੂੰ ਕਿਰਪਾ ਕਰੋ, ਕੁਝ ਰਸਤਾਂ ਬਸਤਾਂ ਚਾਹੀਦੀਆਂ ਨੇ, ਅਸੀਂ ਦੇਵੀ ਪ੍ਰਗਟ ਕਰਦੇ ਹਾਂ। ਮਹਾਰਾਜ ਇਹਨਾਂ ਜਿਹੜੇ ਦੁਸ਼ਟਾਂ ਨੇ ਕਹਿਰ ਕਮਾਏ ਨੇ ਉਹਨਾਂ ਨੂੰ ਡੰਡ ਦੇਵੇਗੀ ਦੇਵੀ। ਪੰਡਤ ਕੇਸੋ ਰਾਮ ਮੰਨਿਆ ਪਰਮੰਨਿਆ ਪੰਡਤ ਸੀਗਾ, ਉਹ ਆਪਣਾ ਇੱਕ ਡੈਫੀਨੇਸ਼ਨ ਲੈ ਕੇ ਬਹੁਤ ਵੱਡਾ ਟੋਲਾ ਲੈ ਕੇ ਪੰਡਤਾਂ ਦਾ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਇਆ। ਮਹਾਰਾਜ ਕਹਿਣ ਲੱਗੇ, ਪੰਡਤ ਜੀ ਸਾਨੂੰ ਨਹੀਂ ਪਤਾ ਤੁਹਾਡੀ ਦੇਵੀ ਪ੍ਰਗਟ ਹੋਵੇਗੀ ਜਾਂ ਨਾ ਹੋਵੇਗੀ, ਪਰ ਬਾਬੇ ਨਾਨਕ ਦੇ ਘਰ ਦੇ ਵਿੱਚ ਆਣ ਕੇ ਸ਼ਰਨਾਰਥੀ ਬਣ ਕੇ ਆਏ ਹੋ, ਤੁਹਾਨੂੰ ਰਸਤਾਂ ਮਸਤਾਂ ਦੀ ਲੋੜ ਹੈ। ਪਹਿਲਾਂ ਆਏ ਅਸੀਂ ਤੇ ਪਹਿਲਾਂ ਵੀ ਤੁਹਾਨੂੰ ਮੋੜਿਆ ਨਹੀਂ ਗਿਆ, ਤੁਹਾਡੇ ਵਾਸਤੇ ਸਾਡੇ ਪਿਤਾ ਨੇ ਆਪਣੇ ਸੀਸ ਦਾ ਹੀ ਬਲੀਦਾਨ ਦੇ ਦਿੱਤਾ ਏ ਤੁਹਾਡਾ ਧਰਮ ਬਚਾਉਣ ਵਾਸਤੇ। ਅੱਜ ਤੁਹਾਨੂੰ ਰਸਤਾਂ ਦੀ ਲੋੜ ਹੈ, ਜਿੰਨੀਆਂ ਰਸਤਾਂ ਬਸਤਾਂ ਚਾਹੀਦੀਆਂ ਲੈ ਜਾਓ। ਦੇਸੀ ਘਿਓ ਦੇ ਟੀਨ ਬੜੀਆਂ ਰਸਤਾਂ ਲੈ ਕੇ ਗਏ, ਬੜਾ ਵੱਡਾ ਇਹਨਾਂ ਨੇ ਜੱਗ ਕੀਤਾ, ਪਰ ਗੁਰੂ ਪਿਆਰੀ ਸਾਧ ਸੰਗਤ ਜੀ ਕੋਈ ਦੇਵੀ ਪ੍ਰਗਟ ਨਾ ਹੋਈ। ਫਿਰ ਪੰਡਤ ਕਹਿਣ ਲੱਗਾ, ਮੈਂ ਮਹਾਰਾਜ ਨੂੰ ਕਵਾਂਗਾ ਦੇਵੀ ਬਲੀ ਮੰਗਦੀ ਹੈ। ਮਹਾਰਾਜ ਸਾਹਿਬ ਦੇ ਕੋਲ ਆ ਗਿਆ। ਮਹਾਰਾਜ ਕਹਿਣ ਲੱਗੇ, ਪੰਡਤ ਜੀ ਦੇਵੀ ਪ੍ਰਗਟ ਨਹੀਂ ਹੋਈ। ਕਹਿੰਦਾ ਮਹਾਰਾਜ ਦੇਵੀ ਬਲੀ ਮੰਗਦੀ ਹੈ, ਕੋਈ ਧਰਮਾਤਮਾ ਬਲੀ ਦੇਵੇ। ਤੇ ਮਹਾਰਾਜ ਕਹਿਣ ਲੱਗੇ, ਤੁਹਾਡੇ ਤੋਂ ਵੱਡਾ ਕੌਣ ਧਰਮਾਤਮਾ, ਚਲੋ ਤੁਹਾਡੀ ਬਲੀ ਦੇ ਦਿੰਦੇ ਆ, ਫਿਰ ਤੇ ਦੇਵੀ ਪ੍ਰਗਟ ਹੋ ਜਾਏਗੀ। ਪੰਡਤ ਕਹਿੰਦਾ ਨਹੀਂ ਮਹਾਰਾਜ ਮੈਨੂੰ ਮਾਫ ਕਰੋ, ਮਾਫੀ ਮੰਗ ਕੇ ਚਲਿਆ ਗਿਆ। ਮਹਾਰਾਜ ਕਹਿਣ ਲੱਗੇ, ਹੁਣ ਦੇਵੀ ਤੇ ਪ੍ਰਗਟ ਨਹੀਂ ਹੋਈ, ਪਰ ਹੁਣ ਖਾਲਸਾ ਪ੍ਰਗਟ ਹੋਏਗਾ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸਾਹਿਬ ਕਹਿਣ ਲੱਗੇ, ਹੁਣ ਚਿੱਠੀਆਂ ਲਿਖ ਕੇ ਜਿਸ ਜਿਸ ਜਗ੍ਹਾ ਦੇ ਵਿੱਚ, ਜਿਸ ਜਿਸ ਇਲਾਕੇ ਦੇ ਵਿੱਚ, ਜਿਸ ਜਿਸ ਕੰਟਰੀ ਦੇ ਵਿੱਚ, ਦੇਸ਼ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਦੇ ਨੇ, ਉਹਨਾਂ ਸਿੱਖਾਂ ਨੂੰ ਬੁਲਾਇਆ ਜਾਵੇ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਵਿਸਾਖੀ ਪੁਰਬ ਆਉਂਦਾ ਹੈ ਨਾ, ਜਦੋਂ ਇਸ ਵਿਸਾਖੀ ਪੁਰਬ ਆਉਣ ਤੋਂ ਪਹਿਲਾਂ ਆਪ ਤੁਸੀਂ ਪਾਰਕਾਂ ਦੇ ਵਿੱਚ ਜਾਇਓ। ਕਿਸੇ ਪਾਰਕ ਦੇ ਜਿਹੜੇ ਨੇ ਉਹ ਪੱਤਰ ਨਹੀਂ ਹੁੰਦੇ, ਪੱਤਝੜ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਹਰਿਆਲੀ ਉੱਡ ਜਾਂਦੀ ਹੈ। ਇਹਨਾਂ ਦਿਨਾਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਕੇ ਰਾਗੀ ਸਿੰਘ ਬਸੰਤ ਰਾਗ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਜਿਹੜਾ ਵੀ ਰਾਗੀ ਸਿੰਘ ਹੈ ਉਹ ਬਸੰਤ ਰੁੱਤ ਦੇ ਵਿੱਚ ਰਾਗ ਗਾਉਂਦੇ ਨੇ। ਸਮਾਂ ਆ ਜਾਂਦਾ ਹੈ, ਇਸੇ ਤਰ੍ਹਾਂ ਸਿੱਖਾਂ ਦੇ ਚਿਹਰਿਆਂ ਤੇ ਬਹਾਰ ਆ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਦਿਨ ਆਉਣ ਵਾਲੇ ਨੇ ਤੇ ਕੈਸੇ ਦਿਨ ਹੋਣੇ ਨੇ, ਕੈਸੀ ਵਿਸਾਖੀ ਆਵੇਗੀ, ਕਿਸ ਤਰ੍ਹਾਂ ਉਹ ਰਿਹਾਲੀ ਲੈ ਕੇ ਆਵੇਗੀ। ਮੇਰੇ ਕਲਗੀਧਰ ਪਾਤਸ਼ਾਹ ਇਸ ਵਿਸਾਖੀ ਦੇ ਉੱਤੇ ਕੀ ਵੱਖਰਾ ਕੌਤਕ ਰਚਾਉਣਗੇ, ਕਿਸ ਤਰ੍ਹਾਂ ਖਾਲਸਾ ਸਾਜਣਗੇ, ਇਹ ਭਾਗਾਂ ਦੇ ਨਾਲ ਵਿਸਾਖੀ ਪੁਰਬ ਆਵੇਗਾ। ਇਸ ਤੋਂ ਅਗੇਲੀਆਂ ਬੇਨਤੀਆਂ ਆਪਾਂ ਆਪ ਜੀ ਦੀ ਸੇਵਾ ਦੇ ਵਿੱਚ ਬਿਆਨ ਕਰਾਂਗੇ। ਆਓ ਸਰਵਣ ਕਰੋ। ਧੰਨ ਭਾਗ ਵਿਸਾਖੀ ਆਈ ਹੈ, ਰਾਣੀ ਰੁੱਤ ਬਹਾਰ ਤੇ ਆਈ ਹੈ।
खंडा जी साफ सतलुज वाला, साफ सतलुज वाला कंडा जी। लहरां ने अग मचाई धन भाग वसाखी, धन भाग वसाखी आई रानी रुत बहार ले आई धन भाग वसाखी, धन भाग वसाखी आई रानी रुत बहार ले आई ਪਹਿਲਾਂ ਪਾਈਆਂ ਮੋਰਾਂ ਨੇ ਤੇ ਪਹਿਲਾਂ ਪਾਈਆਂ, ਇੱਥੇ ਪਹਿਲਾਂ ਪਾਈਆਂ ਮੋਰਾਂ ਨੇ ਤੋਤੇ ਤਿਤਲੀ ਭੌਰ, ਤੋਤੇ ਤਿਤਲੀ ਭੌਰ ਚ ਗੋਰਾਂ ਨੇ ਰਣ ਜੀਤ ਦੀਆਂ, ਰਣ ਜੀਤੀਆਂ ਤਨ ਘੋਰਾਂ ਨੇ दुश्मन दी जड़ हलाई धन भाग वसाखी, धन भाग वसाखी आई रानी रुत बहार ले आई धन भाग वसाखी, धन भाग वसाखी आई रानी रुत बहार ले आई जीत को ले आई पतासे जी, जीत को ले आई, जीत को ले आई पतासे जी। भुख भर पाते, भुख भर पाते विच कासे जी। बने दुखियां लई, बने दुखियां लई दिलासे जी। पापां दी होई सफाई धन भाग वसाखी, धन भाग वसाखी आई रानी रुत बहार ले आई धन भाग वसाखी, धन भाग वसाखी आई रानी रुत बहार ले आई ठंडा फेर रगड़िया पाई हो खंडा फेर रगड़िया पानी, खंडा फेर रगड़िया, खंडा फेर रगड़िया पानी। बड़े जाप सवैये, बड़े जाप सवैये पानी। सिखी इश्क दी नवी, सच्ची इश्क दी नवी कहानी सच्चे आशिक अब लिखाई धन भाग वसाखी, धन भाग वसाखी आई रानी रुत बहार ले आई धन भाग वसाखी, धन भाग वसाखी आई रानी रुत बहार ले आई जिन्ने पहिया कड़क शहरा है, जिन्ने पहिया कड़ा, जिन्ने पहिया कड़क शहरा है। ओह नाच हो गया, ओह प्यार हो गया गहरा है। लगा ओ नाम दा, लगा ओ नाम दा लहरा है। नैना विच मस्ती छाई धन भाग वसाखी, धन भाग वसाखी आई रानी रुत बहार ले आई धन भाग वसाखी, धन भाग वसाखी आई रानी रुत बहार ले आई लागे सत्संग दा नाम लाए, हो लागे सत्संग दा मेला है, लागे
ਭਾਗਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਵਹਿਮਾਂ ਭਰਮਾਂ ਤੇ ਪਖੰਡਾਂ ਦੇ ਵਿੱਚੋਂ ਕੱਢਣ ਵਾਸਤੇ ਸਤਿਗੁਰਾਂ ਨੇ ਖਾਲਸਾ ਪੰਥ ਸਾਜਿਆ। ਮੈਨੂੰ ਇੱਕ ਬਚਨ ਚੇਤੇ ਆ ਗਿਆ, ਬਾਬਾ ਠਾਕਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਬੀਬੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਖੇਡੇ। ਇੰਡੀਆ ਦੇ ਵਿੱਚ ਬੀਬੀਆਂ ਖੇਡਦੀਆਂ, ਇੱਥੇ ਤੇ ਜਿਹੜੇ ਆਪਾਂ ਨੂੰ ਪਤਾ ਇੰਟਰਨੈਸ਼ਨਲ ਖਿਡਾਰੀ ਹੁੰਦੇ ਨਾ ਫੁੱਟਬਾਲ, ਉਹ ਖੇਡਦੇ ਨੇ। ਆਮ ਗੁਰਦੁਆਰਾ ਸਾਹਿਬ ਦੇ ਵਿੱਚ ਬੀਬੀਆਂ ਨੇ ਕੇਸ ਖਿਲਾਰ ਲੈਣੇ, ਮੇਰੇ 'ਚ ਬਾਬਾ ਖੇਤਰਪਾਲ ਆ ਗਿਆ, ਇੱਕ ਆਖੇ ਮੇਰੇ 'ਚ ਬਾਬਾ ਦੀਪ ਸਿੰਘ ਆ ਗਿਆ। ਬਾਬਾ ਜੀ ਆ ਰਹੇ ਸੀ ਪਰਿਕਰਮਾ ਦੇ ਵਿੱਚ ਤੇ ਬਾਬਾ ਜੀ ਕਹਿੰਦੇ ਵੀ ਇਹ ਬੀਬੀ ਇਦਾਂ ਕਿਉਂ ਕਰ ਰਹੀ ਹੈ, ਤੇ ਸ਼ਾਂਤੀ ਦਾ ਮੁਜੱਸਮਾ ਹੈ, ਗੁਰੂ ਰਾਮਦਾਸ ਸਾਹਿਬ ਦਾ ਘਰ। ਤੇ ਸਿੰਘ ਕਹਿੰਦੇ ਬਾਬਾ ਜੀ ਬੀਬੀ ਦੇ ਵਿੱਚ ਕੋਈ ਆਇਆ ਜੇ, ਸਾਨੂੰ ਲੱਗਦਾ ਹੈ। ਤੇ ਉਹਨਾਂ ਪੁੱਛਿਆ, ਕਹਿਣ ਲੱਗੇ ਜੀ ਬੀਬੀ ਕਹਿੰਦੀ ਮੇਰੇ 'ਚ ਬਾਬਾ ਦੀਪ ਸਿੰਘ ਜੀ ਆਏ ਨੇ। ਕਹਿਣ ਲੱਗੇ ਬੀਬੀ ਨੇ ਅੰਮ੍ਰਿਤ ਛਕਿਆ, ਨਿਤਨੇਮ ਕਰਦੀ। ਬਾਬਾ ਦੀਪ ਸਿੰਘ ਤੇ ਡੇਲੀ 110 ਜਪਜੀ ਸਾਹਿਬ ਦੇ ਜਾਪ ਕਰਦੇ ਸੀ, ਉਹਨਾਂ ਦਾ ਬੜਾ ਵੱਡਾ ਨਿਤਨੇਮ। ਉਹ ਤੇ ਗੁਰੂ ਗੋਬਿੰਦ ਸਿੰਘ ਦਾ ਹੀ ਰੂਪ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਉਹ ਤੇ ਲਾਗੇ ਇੱਕ ਘੜਾ ਭਰ ਲੈਂਦੇ ਸੀ ਪਾਣੀ ਦਾ, ਤੇ ਲਾਗੇ ਛੋਲਿਆਂ ਦਾ ਬਾਟਾ ਪਿਆ ਹੁੰਦਾ ਸੀ। ਕਈ ਵਾਰੀ ਭੋਰੇ ਦੇ ਵਿੱਚੋਂ 5-5 ਦਿਨ ਬਾਬਾ ਜੀ ਨੇ ਜਾਣਾ ਨਾ, ਛੋਲਿਆਂ ਦੀ ਮੁੱਠ ਜਿਹੜੀ ਸੀ ਨਾ, ਜਦੋਂ ਭੁੱਖ ਲੱਗਣੀ ਸਵਾਏ ਜੇ ਨਿਹੰਗ ਸਿੰਘ ਬਦਾਮ ਕਹਿੰਦੇ ਨੇ, ਛੋਲਿਆਂ ਨੂੰ ਛਕ ਲੈਣੇ ਤੇ ਬਸ ਥੋੜਾ ਜਿਹਾ ਜਲ ਛਕ ਕੇ ਫਿਰ ਬਾਣੀ ਪੜੀ ਜਾਣੀ, ਸਿਮਰਨ ਕਰੀ ਜਾਣਾ, ਕਿਉਂਕਿ ਗੁਰੂ ਦਾ ਬਚਨ ਮੰਨ ਕੇ ਬੈਠੇ ਸੀ। ਤੇ ਜਦੋਂ ਲੋੜ ਪਈ ਤੇ ਫਿਰ ਉਹਨਾਂ 82 ਸਾਲ ਦੀ ਬਿਰਧ ਅਵਸਥਾ ਦੇ ਵਿੱਚ 18 ਸੇਰ ਦਾ ਖੰਡਾ ਵੀ ਹੱਥ ਦੇ ਵਿੱਚ ਫੜਿਆ। ਕਹਿਣ ਲੱਗੇ ਚਲੋ ਫਿਰ ਆਪਾਂ ਵੇਖਦੇ, ਆਪਾਂ ਵੀ ਦਰਸ਼ਨ ਕਰਦੇ ਆਂ। ਬਾਬਾ ਜੀ ਨਿਹੰਗ ਸਿੰਘ ਨਾਲ ਸੀ ਇੱਕ, ਕਹਿਣ ਲੱਗੇ ਆ ਸਿੰਘਾ ਵਰਸ਼ਾ ਸਾਨੂੰ ਫੜਾਈ, ਅਸੀਂ ਬਾਬਾ ਜੀ ਦੇ ਦਰਸ਼ਨ ਕਰ ਲਈਏ। ਬਾਬਾ ਜੀ ਨੇ ਵਰਸ਼ਾ ਫੜਿਆ ਤੇ ਬੀਬੀ ਵੱਲ ਨੂੰ ਸਿੱਧਾ ਕਰ ਲਿਆ। ਕਹਿਣ ਲੱਗੇ ਬਾਬਾ ਜੀ ਇਹ ਕੀ? ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਇਹਦੇ ਵਿੱਚ ਬਾਬਾ ਜੀ ਆਏ ਨੇ ਨਾ ਤੇ ਬਾਬਾ ਜੀ ਦੱਸਣਗੇ। ਹਾਲੇ ਬਾਬਾ ਜੀ ਨੇ ਸ਼ਸਤਰ ਫੜਿਆ ਹੀ ਸੀ। ਕਹਿਣ ਲੱਗੇ ਨਹੀਂ ਬਾਬਾ ਜੀ ਮੈਂ ਤੇ ਮਨਜੀਤ ਕੌਰ ਆ, ਮੇਰੇ ਵਿੱਚ ਕੋਈ ਬਾਬਾ ਨਹੀਂ। ਇਹਨਾਂ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚੋਂ ਕੱਢਣ ਵਾਸਤੇ ਮਹਾਰਾਜ ਨੇ ਖਾਲਸਾ ਸਾਜਿਆ ਵੀ ਲੋਕਾਂ ਨੇ ਸਿੱਖਾਂ ਦੇ ਘਰਾਂ ਦੇ ਵਿੱਚ ਹੀ ਵਰਤ ਰੱਖਣੇ, ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਔਰੰਡ, ਨਾ ਸਿੱਖਾਂ ਵਰਤ ਰੱਖਣੇ ਨੇ, ਨਾ ਸਿੱਖਾਂ ਵਹਿਮਾਂ ਭਰਮਾਂ ਪਖੰਡਾਂ 'ਚ ਪੈਣਾ, ਨਾ ਸਿੱਖਾਂ ਨੇ ਸ਼ਨੀਵਾਰ ਵਾਲੇ ਦਿਨ ਕਿਸੇ ਨੂੰ ਤੇਲ ਚੜਾਉਣਾ, ਨਾ ਉੱਥੇ ਮਾਂ ਛੋਲਿਆਂ ਦੀਆਂ ਦਾਣਾ ਲੈ ਕੇ ਜਾਣੀਆਂ, ਕੇਵਲ ਤੇ ਕੇਵਲ ਗੁਰੂ ਕੇ ਲੰਗਰ ਚਲਾਉਣੇ ਨੇ। ਇਹ ਬੜਾ ਵੱਡਾ ਕਰਤਾਰ ਤੇ ਬੜਾ ਵੱਡਾ ਸਤਿਗੁਰਾਂ ਨੇ ਆਪਣੇ ਖਾਲਸਾ ਪੰਥ ਦੇ ਉੱਤੇ ਪਰਉਪਕਾਰ ਕਰਨ ਵਾਸਤੇ 30 ਮਾਰਚ 1699 ਦਾ ਜਿਹੜਾ ਇਹ ਦਿਨ ਮੁਕਰਰ ਕੀਤਾ ਹੈ। ਮਹਾਰਾਜ ਨੇ ਆਖਿਆ ਸਿੱਖਾਂ ਨੂੰ ਬੁਲਾਇਆ ਜਾਵੇ। ਅੱਜ ਵਾਂਗੂ ਕਿਸੇ ਕੋਲ ਟੈਲੀਫੋਨ ਨਹੀਂ ਸੀ ਜੀ, ਉਸ ਵੇਲੇ ਕੇਵਲ ਤੇ ਕੇਵਲ ਚਿੱਠੀਆਂ ਭੇਜੀਆਂ ਜਾਂਦੀਆਂ ਸਨ। ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਚਿੱਠੀਆਂ ਲਿਖਾਈਆਂ, ਚਿੱਠੀਆਂ ਲਿਖ ਕੇ ਸਤਿਗੁਰਾਂ ਸੰਗਤਾਂ ਵੱਲ ਪਾਈਆਂ। ਪੁਰਬ ਵਿਸਾਖੀ ਲੱਗਣਾ ਕਰੇ ਆਜੋ ਧਾਈਆਂ, ਆਨੰਦਪੁਰ ਲੱਗੀਆਂ ਰੌਣਕਾਂ ਨੇ ਦੂਣ ਸਵਾਈਆਂ, ਚਾਰੇ ਪਾਸੇ ਜਗਮਗੇ ਹੋਈਆਂ ਰਸ਼ਨਾਈਆਂ, ਗੁਰਚਰਨ ਸਿੰਘਾ ਗੁਰ ਜਾਣਦਾ ਗੁਰ ਕੀਆਂ ਵਡਿਆਈਆਂ। ਮਹਾਰਾਜ ਸਾਹਿਬ ਨੇ ਬੜਾ ਵੱਡਾ ਇਕੱਠ ਕਰ ਲਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ। ਜਿੱਦਣ ਵੇਖੋ ਸੰਗਤਾਂ ਨਿਹੰਗ ਸਿੰਘ ਜਥੇ ਤੁਰੇ ਫਿਰ ਰਹੇ ਨੇ, ਘੋੜ ਸਵਾਰੀਆਂ ਨੇ, ਕਿਸੇ ਬੰਨੇ ਹਾਥੀ ਤੁਰੇ ਫਿਰ ਰਹੇ ਨੇ, ਬੜੀਆਂ ਵੱਡੀਆਂ ਰੌਣਕਾਂ ਲੱਗੀਆਂ ਨੇ, ਬੜੀਆਂ ਵੱਡੀਆਂ ਮਠਿਆਈਆਂ ਦੀਆਂ ਦੁਕਾਨਾਂ ਲਾਈਆਂ ਗੜੀਆਂ। ਬਹੁਤ ਵੱਡਾ ਜਗ ਕਰਨ ਵਾਸਤੇ ਮਹਾਰਾਜ ਨੇ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਬੜਾ ਵੱਡਾ ਲੰਗਰ ਤਿਆਰ ਕੀਤਾ। ਲੰਗਰ ਹਰ ਵਕਤ ਵੱਡਾ ਹੀ ਹੁੰਦਾ ਏ, ਪਰ ਇਹ ਜਗ ਬੜਾ ਵੱਡਾ ਸੀ ਕਿਉਂਕਿ ਸੰਗਤਾਂ ਦਾ ਵੱਡਾ ਇਕੱਠ ਹੋਵੇਗਾ ਤੇ ਜਲ ਪਾਣੀ ਜ਼ਿਆਦਾ ਤਿਆਰ ਕਰਨਾ ਪਵੇਗਾ। ਮਹਾਰਾਜ ਸਾਹਿਬ ਨੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ। ਸਿੱਖਾਂ ਨੇ ਆਖਿਆ ਮਹਾਰਾਜ ਲੰਗਰ ਤਿਆਰ ਹੈ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਕੇ, ਮਹਾਰਾਜ ਸਾਹਿਬ ਜੀ ਦੀ ਰਸਨਾ ਲਾਇਕ ਕਰਕੇ ਤੇ ਸੰਗਤਾਂ ਦੇ ਵਿੱਚ ਪ੍ਰਸ਼ਾਦਾ ਵਰਤਾ ਦਿੱਤਾ ਜਾਵੇ। ਪ੍ਰਸ਼ਾਦਾ ਵਰਤਾ ਦਿੱਤਾ ਗਿਆ। ਫਿਰ ਮਹਾਰਾਜ ਕਹਿਣ ਲੱਗੇ ਜਾਓ, ਪੰਡਤ ਨਾਰਾਜ਼ ਹੋ ਕੇ ਗਏ ਸੀ ਉਹਨਾਂ ਨੂੰ ਵੀ ਲੈ ਆਓ। ਪੰਡਤਾਂ ਦਾ ਵੀ ਟੋਲਾ ਆ ਗਿਆ ਤੇ ਮਹਾਰਾਜ ਕਹਿਣ ਲੱਗੇ ਪੰਡਤ ਜੀ ਆਪ ਜੀ ਵੀ ਭੋਜਨ ਗ੍ਰਹਿਣ ਕਰੋ, ਪ੍ਰਸ਼ਾਦਾ ਛਕੋ ਪਹਿਲਾਂ। ਕਹਿੰਦੇ ਮਹਾਰਾਜ ਨਾ ਅਸੀਂ ਪ੍ਰਸ਼ਾਦਾ ਜਿਹੜਾ ਹੈ ਨਾ ਗੁਰੂ ਨਾਨਕ ਦੇ ਘਰ ਦੇ ਵਿੱਚ ਛਕ ਨਹੀਂ ਸਕਦੇ ਅੱਜ। ਕਹਿਣ ਲੱਗੇ ਜੀ ਕਿਉਂ? ਕਹਿਣ ਲੱਗੇ ਇਹ ਜਿਹੜਾ ਪ੍ਰਸ਼ਾਦਾ ਹੈ ਪਿੱਟਿਆ ਗਿਆ ਹੈ, ਇਹਨੂੰ ਤੁਸੀਂ ਪਹਿਲਾਂ ਆਪਣੇ ਆ ਜਿਹੜੇ ਸ਼ੂਦਰ ਸਿੱਖ ਨੇ ਇਹਨਾਂ ਨੂੰ ਖਵਾ ਦਿੱਤਾ, ਤੁਹਾਨੂੰ ਪਤਾ ਹੈ ਮਰਜ਼ਾਦਾ ਭੰਗ ਹੋ ਗਈ। ਮਰਜ਼ਾਦਾ ਸਮੇਂ-ਸਮੇਂ ਤੇ ਤਬਦੀਲ ਹੁੰਦੀ ਰਹਿੰਦੀ ਹੈ। ਕਹਿਣ ਲੱਗੇ ਮਹਾਰਾਜ ਅੱਜ ਤੱਕ ਮਰਜ਼ਾਦਾ ਇਹ ਸੀ ਕਿ ਲੋਕ ਪਹਿਲਾਂ ਪੰਡਤਾਂ ਨੂੰ ਪ੍ਰਸ਼ਾਦਾ ਛਕਾਉਂਦੇ ਸੀ, ਫਿਰ ਉਹਨਾਂ ਨੂੰ ਦੰਦ ਘਸਾਈ ਦਿੱਤੀ ਜਾਂਦੀ ਸੀ, ਫਿਰ ਬਾਅਦ ਦੇ ਵਿੱਚ ਜਿਹੜੇ ਸ਼ੂਦਰ ਲੋਕ ਉਹਨਾਂ ਨੂੰ ਛਕਾਇਆ ਜਾਂਦਾ ਸੀ। ਤੁਸੀਂ ਤੇ ਆ ਲੈਣਾ ਲਾਈਆਂ ਹੋਈਆਂ, ਭਗਤਾਂ ਲਾਈਆਂ, ਇੱਥੇ ਕਿਸੇ ਦੀ ਕੋਈ ਜਾਤ ਪਾਤ ਨਹੀਂ ਪੁੱਛੀ ਜਾਂਦੀ, ਸਾਰਿਆਂ ਨੂੰ ਲੰਗਰ ਵਰਤਾਈ ਜਾ ਰਿਹਾ ਜੇ। ਮਹਾਰਾਜ ਕਹਿਣ ਲੱਗੇ ਪੰਡਤ ਜੀ ਮਰਜ਼ਾਦਾ ਚੇਂਜ ਹੁੰਦੀ ਰਹਿੰਦੀ ਹੈ ਸਮੇਂ-ਸਮੇਂ ਨਾਲ, ਪਰ ਇੱਕ ਤੁਹਾਨੂੰ ਬੇਨਤੀ ਕਰੀਏ, ਆ ਜਿਹੜੇ ਸਾਡੇ ਸਿੱਖ ਨੇ ਇਹਨਾਂ ਕਿਸੇ ਨੂੰ ਵੀ ਤੁਸੀਂ ਸ਼ੂਦਰ ਨਹੀਂ ਕਹਿ ਸਕਦੇ। ਇਹ ਜਿਹੜੇ ਮੇਰੇ ਸਿੱਖ ਨੇ ਨਾ, ਇਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਸਾਡੇ ਸਿਰ ਦੇ ਉੱਤੇ ਛਤਰ ਝੁੱਲ ਰਹੇ ਨੇ। इन्हीं की कृपा के सजे हम है नहीं मोह से गरीब करोड़ परे,
ਇਹ ਸਿੱਖ ਨੇ, ਇਹਨਾਂ ਦੀ ਕਿਰਪਾ ਦੇ ਨਾਲ ਹੀ ਜੰਗ ਯੁੱਧ ਲੜੇ ਨੇ, ਇਹਨਾਂ ਦੀ ਕਿਰਪਾ ਦੇ ਨਾਲ ਹੀ ਜਿਹੜਾ ਇਹਨੇ ਅਸੀਂ ਅੱਜ ਗੁਰੂ ਕਹਾਉਣੇ ਆ। ਸਤਿਗੁਰਾਂ ਨੇ ਕਿੰਨਾ ਮਾਣ ਬਖਸ਼ਿਸ਼ ਕੀਤਾ ਆਪਣੇ ਸਿੱਖਾਂ ਨੂੰ। ਪ੍ਰਸ਼ਾਦਾ ਛਕਣਾ ਛਕੋ, ਨਹੀਂ ਤੇ ਚਲੇ ਜਾਓ। ਪੰਡਤ ਚਲੇ ਗਏ। ਲੋ ਜੀ ਹੁਣ ਵਿਸਾਖੀ ਵਾਲਾ ਦਿਨ ਆ ਗਿਆ। ਮਹਾਰਾਜ ਸਾਹਿਬ ਨੇ ਜਿਸ ਪੰਡਾਲ ਦੇ ਵਿੱਚ ਇੱਕ ਬਹੁਤ ਵੱਡਾ ਪੰਡਾਲ ਲਾਇਆ ਗਿਆ, ਇਹਦੇ ਮਗਰ ਇੱਕ ਨਹੀਂ ਦੋ ਨਹੀਂ ਬਹੁਤ ਸਾਰੇ ਤੰਬੂ ਲਾਏ ਗਏ। ਅੱਜ ਦੇ ਵਿਦਵਾਨ ਆਉਣਗੇ ਜਿਹੜੇ ਅੱਜ ਦੇ ਪੜ੍ਹੇ ਲਿਖੇ, ਉਹ ਤੰਬੂਆਂ ਦਾ ਜ਼ਿਕਰ ਨਹੀਂ ਕਰਨਗੇ। ਬੜੇ ਤਰੀਕੇ ਦੇ ਨਾਲ ਇਤਿਹਾਸ ਨੂੰ ਤੋੜਿਆ ਮਰੋੜਿਆ ਜਾਵੇਗਾ ਕਿ ਮਹਾਰਾਜ ਨੇ ਸਿਰ ਨਹੀਂ ਕੱਟੇ, ਸੀਸ ਵੱਖ ਨਹੀਂ ਕੀਤੇ, ਮਹਾਰਾਜ ਨੇ ਤੰਬੂ ਲਗਾਏ ਗਏ। ਬਹੁਤ ਵੱਡਾ ਪੰਡਾਲ ਲਾਇਆ ਗਿਆ ਤੇ ਪੰਡਾਲ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਐਂਟਰ ਹੋਣਾ ਹੈ, ਉਹਨਾਂ ਨੂੰ ਵੈਲਕਮ ਕਹਿਣ ਵਾਸਤੇ, ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਉੱਥੇ ਜੀ ਆਇਆਂ ਨਹੀਂ ਲਿਖਿਆ ਗਿਆ। ਕੁਝ ਗੁਰਬਾਣੀ ਦੇ ਸ਼ਬਦ ਲਿਖੇ ਗਏ। ਸਾਡੇ ਘਰ ਦੇ ਵਿੱਚ ਕਿਸੇ ਗੈਸਟ ਨੇ ਆਉਣਾ ਹੋਵੇ ਨਾ, ਕੋਈ ਜ਼ਿਆਦਾ ਹੀ ਸਪੈਸ਼ਲ ਹੋਵੇ, ਜ਼ਿਆਦਾ ਹੀ ਕਲੋਜ਼ ਹੋਵੇ, ਤੇ ਆਪਾਂ ਆਪਣੇ ਘਰ ਦੇ ਮੂਹਰੇ ਵੈਲਕਮ ਲਿਖ ਦਿੰਨੇ ਆ, ਜੀ ਆਇਆਂ ਨੂੰ ਕਹਿੰਦੇ ਆ। ਕਈ ਤੇ ਫੁੱਲ ਵੀ ਵਿਛਾਉਣਗੇ। ਸਤਿਗੁਰੂ ਜੀ ਕਿਰਪਾ ਕਰਨਾ, ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਦੀ ਆਓ ਭਗਤ ਕਰਾਂਗੇ। ਮਹਾਰਾਜ ਸਾਹਿਬ ਨੇ ਫਰੰਟ ਗੇਟ ਦੇ ਉੱਪਰ ਲਿਖ ਕੇ ਲਾਇਆ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਲ ਤਲੀ ਗਲੀ ਮੇਰੀ ਆਓ। ਹਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੇ। ਅੱਜ ਅਸੀਂ ਸ਼ਹੀਦੀ ਪੁਰਬ ਮਨਾਉਂਦੇ ਹੋਈਏ ਜਾਂ ਯੋਧਿਆਂ ਦਾ ਦਿਹਾੜਾ ਮਨਾਉਂਦੇ ਹੋਈਏ ਤੇ ਸਮੇਂ ਦੇ ਮੁਤਾਬਕ ਅਸੀਂ ਪ੍ਰਸੰਗ ਸਿਲੈਕਟ ਕਰਦੇ ਹਾਂ। ਸਮੇਂ ਦੇ ਮੁਤਾਬਕ ਰਾਗੀ ਸਿੰਘ ਢੁਕਵੇਂ ਸ਼ਬਦ ਪੜ੍ਹਦੇ ਨੇ। ਸਮੇਂ ਦੇ ਮੁਤਾਬਕ ਪ੍ਰਚਾਰ ਸਿੰਘ ਪ੍ਰਚਾਰ ਕਰੇਗਾ ਵੀ ਅੱਜ ਅਸੀਂ ਦਿਹਾੜਾ ਕਿਹੜਾ ਮਨਾ ਰਹੇ ਹਾਂ, ਉਸ ਦਿਹਾੜੇ ਦੀ ਬਾਬਤ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰੇਗਾ। ਮਹਾਰਾਜ ਸਾਹਿਬ ਜੀ ਨੇ ਜਿਸ ਤਰੀਕੇ ਦੇ ਨਾਲ ਇੱਕ ਗੇਟ ਤੇ ਲਿਖਿਆ 4 ਦਰਵਾਜ਼ੇ ਰੱਖੇ ਗਏ, ਜਿਵੇਂ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਨੇ। ਮਹਾਰਾਜ ਸਾਹਿਬ ਜੀ ਨੇ ਲਿਖਿਆ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇੱਕ ਤੇ ਲਿਖਿਆ, ਸੂਰਾ ਸੋ ਪਹਿਚਾਨੀਏ, ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ, कबहू न छाड़े खेत। कबीर मोहे मरने का चाहो है, मरो तो हर के द्वार, मत हर पूछो कौन है, परा हमारे बार। मरता मरता जग मुआ, मर भी ना जाने कोए, ऐसी मरनी जो मरे, बोर ना मरना होए। ते कुछ ढिले सन ਜਿਹੜੇ ਕਹਿੰਦੇ ਅੱਜ ਮਰਨ ਮਰਾਉਣ ਦੀ ਗੱਲ ਹੋ ਰਹੀ ਏ, ਸਿਰਾਂ ਦੀ ਗੱਲ ਹੋ ਰਹੀ ਏ, ਕੋਈ ਨਾ ਕੋਈ ਗੜਬੜ ਜ਼ਰੂਰ ਹੋਵੇਗੀ। ਕੁਝ ਨਾ ਕੁਝ ਤਰੀਕੇ ਦੇ ਨਾਲ ਜਿਹੜਾ ਐਡਾ ਵੱਡਾ ਇਕੱਠ ਕੀਤਾ ਹੈ ਨਾ, ਇਹਦੇ ਵਿੱਚ ਕੁਝ ਨਾ ਕੁਝ ਹਲਚਲ ਹੋਵੇਗੀ। ਔਰੰਗਜ਼ੇਬ ਨੂੰ ਪਤਾ ਲੱਗ ਗਿਆ, ਜਿਨੇ ਮੇਰੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਸ਼ਹੀਦ ਕਰਨ ਦਾ ਯਤਨ ਕੀਤਾ, ਜਿਸ ਪਾਪੀ ਨੂੰ ਕਲਮ ਦੇ ਨਾਲ ਮਾਰਿਆ ਸਤਿਗੁਰਾਂ ਨੇ, ਉਹਨੂੰ ਪਤਾ ਲੱਗਾ ਬੜਾ ਵੱਡਾ ਇਕੱਠ ਕਰ ਰਿਹਾ ਹੈ ਗੋਬਿੰਦ ਰਾਏ। ਉਹਨੇ ਆਪਣੇ 94 CID ਰਿਪੋਰਟਰ ਮੰਗਾਏ। ਉਹਨਾਂ CID ਰਿਪੋਰਟਰਾਂ ਦੇ ਵਿੱਚ ਇੱਕ ਮੰਨਿਆ ਪਰਮੰਨਿਆ ਰਿਪੋਰਟਰ ਹੈ ਜਿਹਦਾ ਨਾਮ ਹੈ ਅਬੂ ਉੱਲਾ ਤਰਾਨੀ। ਉਹਨੇ ਸਿੱਖਾਂ ਵਰਗਾ ਦਾੜਾ ਰੱਖਿਆ ਹੋਇਆ ਹੈ, ਲੰਮਾ ਲੰਮਾ ਦਾੜਾ ਹੈ। ਉਹਨੇ ਆਪਣੇ ਸਿਰ ਦੇ ਉੱਤੇ ਦਮਾਲਾ ਬੰਨਿਆ, ਉਹਨੇ ਸਿੱਖਾਂ ਵਾਂਗ ਲਿਬਾਸ ਪਹਿਨਿਆ ਤੇ ਸਾਹਮਣੇ ਆਣ ਕੇ ਫਰੰਟ ਤੇ ਬੈਠਾ ਹੋਇਆ ਆਈ ਵਿਟਨੈਸ ਹੈ ਉਸ ਵੇਲੇ ਦਾ। ਅਗੇਰੇ ਜਾ ਕੇ ਮੈਂ ਉਹਦੀ ਬੇਨਤੀ ਕਰਾਂਗਾ। ਉਹ ਨਾਲ ਦੀ ਨਾਲ ਲਿਖ ਰਿਹਾ ਹੈ ਜੀ ਰਿਪੋਰਟ। ਉਹਨੇ ਸਾਰੀ ਰਿਪੋਰਟ ਔਰੰਗਜ਼ੇਬ ਨੂੰ ਭੇਜਣੀ ਵੀ ਅੱਜ ਹੋ ਕੀ ਰਿਹਾ ਹੈ। ਇਹ ਰਿਪੋਰਟ ਸੰਤ ਬਾਬਾ ਨਰਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲਿਆਂ ਨੇ ਜਦੋਂ ਆਪਾਂ 300 ਸਾਲਾ ਮਨਾਇਆ ਨਾ, 2.5 ਲੱਖ ਕਾਪੀਆਂ ਜਿਹੜੀਆਂ ਅਸੀਂ ਸੰਗਤਾਂ ਨੂੰ, ਉਹਨਾਂ ਨੇ ਉਸ ਵਕਤ ਜਿਹੜਾ ਫ੍ਰੀ ਮੈਗਜ਼ੀਨ ਜਿਹੜੇ ਸਨ ਸੰਗਤਾਂ ਨੂੰ ਪ੍ਰੋਵਾਈਡ ਕਰਾਏ ਸਨ। ਰਾਹ ਵਿਚਾਰ ਉਹ ਸਾਹਮਣੇ ਆਈ ਵਿਟਨੈਸ ਬੈਠਾ ਹੋਇਆ ਹੈ, ਕਹਿੰਦਾ ਬੜਾ ਵੱਡਾ ਇਕੱਠ ਹੋਇਆ, ਸੰਗਤਾਂ ਦਾ ਬਹੁਤ ਵੱਡਾ ਇਕੱਠ ਹੈ। ਬਾਰੇ ਵਿਦਵਾਨਾਂ ਨੇ 80,000, ਕੁਝ ਵਿਦਵਾਨਾਂ ਨੇ 90,000 ਇਸ ਇਕੱਠ ਦੀ ਗਿਣਤੀ ਕੀਤੀ ਹੈ। ਆਪਾਂ ਕਹੀਏ ਬੇਅੰਤ ਗੁਰੂ ਦੇ ਚਰਨਾਂ ਦੇ ਵਿੱਚ ਸਿੱਖ ਬੈਠੇ ਹੋਏ ਨੇ, ਕੀਰਤਨ ਹੋ ਰਿਹਾ ਹੈ, ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ, ਕੀਰਤਨ ਦੀ ਸਮਾਪਤੀ ਹੋਈ ਹੈ ਤੇ ਸੰਗਤਾਂ ਉਡੀਕ ਕਰ ਰਹੀਆਂ ਨੇ, ਵੇਟ ਕਰ ਰਹੀਆਂ ਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਸਟੇਜ ਤੇ ਆਉਣ। ਹਾਲੇ ਆਏ ਨਹੀਂ। ਕੁਝ ਸਮਾਂ ਸਤਿਗੁਰੂ ਜੀ ਇਕਾਗਰ ਨੇ, ਲੀਨ ਨੇ ਤੇ ਤੰਬੂ ਵੱਲ ਸੰਗਤਾਂ ਦੀ ਨਿਗਾਹ ਲੱਗੀ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਬਾਹਰ ਆਉਣ ਸਟੇਜ ਤੇ ਦਰਸ਼ਨ ਕੀਤੇ ਜਾਣ ਕਿ ਅੱਜ ਏਡਾ ਵੱਡਾ ਇਕੱਠ ਕੀਤਾ, ਇਹਦੇ ਵਿੱਚ ਸਤਿਗੁਰਾਂ ਨੇ ਸੰਦੇਸ਼ ਕੀ ਦੇਣਾ ਹੈ। ਸ਼ਾਇਰ ਕਹਿੰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਸ ਸਟੇਜ ਤੇ ਆਉਣਾ ਹੈ ਨਾ, ਉਸ ਤੰਬੂ ਦਾ ਥੋੜਾ ਜਿਹਾ ਪਰਦਾ ਹਿੱਲਿਆ, ਇੱਕਦਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਇਹ ਨਹੀਂ ਵੀ ਬੜੇ ਪਿਆਰ ਦੇ ਨਾਲ ਚੱਲ ਕੇ ਜਿਸ ਤਰ੍ਹਾਂ ਡੇਲੀ ਆਉਂਦੇ ਸਨ ਸੰਗਤ ਦੇ ਵਿੱਚ, ਅੱਜ ਆਉਣ ਦਾ ਕੁਝ ਸਤਿਗੁਰਾਂ ਦਾ ਅੰਦਾਜ਼ ਵੱਖਰਾ ਹੈ। ਇਸ ਤਰੀਕੇ ਨਾਲ ਆਉਣਾ ਹੈ ਜਿਵੇਂ ਘੋੜੇ ਤੇ ਸਵਾਰ ਹੋ ਕੇ ਜਰਨੈਲ ਰਨ ਮੈਦਾਨ ਦੇ ਵਿੱਚ ਸ਼ੇਰ ਦੀ ਤਰ੍ਹਾਂ ਗਰਜ ਕੇ ਆਉਂਦਾ ਹੈ ਨਾ, ਅੱਜ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰੀਕੇ ਦੇ ਨਾਲ ਸਟੇਜ ਤੇ ਆਉਣਾ ਹੈ। ਇਸ ਤੋਂ ਪਹਿਲਾਂ ਇਹ ਰੂਪ ਇੱਕ ਵਾਰ ਸੰਗਤਾਂ ਦਰਸ਼ਨ ਕਰ ਚੁੱਕੀਆਂ ਨੇ। ਭੰਗਾਣੀ ਦੇ ਯੁੱਧ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਸੀਸ ਦੇ ਉੱਤੇ ਹੀਰਿਆਂ ਜਿਹੜੀ ਕਲਗੀ ਹੈ, ਕਲਗੀਧਰ ਪਾਤਸ਼ਾਹ ਦੇ ਹੱਥ ਦੇ ਵਿੱਚ ਨੰਗੀ ਸ੍ਰੀ ਸਾਹਿਬ ਕਿਰਪਾਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਨੇਤਰ ਲਾਲ ਨੇ। ਸਤਿਗੁਰਾਂ ਦੇ ਚਿਹਰੇ ਦੇ ਉੱਤੇ ਇੰਨਾ ਜਲਾਲ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਜੀ, ਸੰਗਤਾਂ
ਦਰਸ਼ਨ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਚਿਹਰੇ ਵੱਲ ਬਾਹਲਾ ਲੰਮਾ ਸਮਾਂ ਜਿਹੜੇ ਨੇਤਰ ਟਿਕਾ ਨਹੀਂ ਸਕਦੀਆਂ। ਮੇਰੇ ਪਿਤਾ ਜੀ ਨੇ ਇੱਥੇ 4 ਲੈਣਾ ਬਾ ਕਮਾਲ ਦੀਆਂ ਲਿਖੀਆਂ ਨੇ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਟੇਜ ਤੇ ਪਧਾਰੇ ਨੇ। ਉਹ ਕਹਿੰਦੇ ਦੁਨੀਆ ਸਹਿਬ ਕੀ ਵਾਂਗ ਕਬੂਤਰਾਂ ਦੇ ਜੋਸ਼ ਵਿੱਚ ਜਾਂ ਸੱਚੀ ਸਰਕਾਰ ਵੇਖੀ, ਚੁੱਪਚਾਪ ਹੋ ਗਈ ਕੋਈ ਕੁਸਕਦਾ ਨਹੀਂ। ਜਦੋਂ ਗੁਰਾਂ ਦੇ ਹੱਥ ਤਲਵਾਰ ਵੇਖੀ 1 ਮਿੰਟ ਵਿੱਚ ਛੇਕੀਆਂ ਭੁੱਲ ਗਈਆਂ। ਜਦੋਂ ਸਾਹਮਣੇ ਮੌਤ ਮਟਿਆਰ ਵੇਖੀ ਨਿਰਮਲ ਸਿੰਘਾਂ ਵਿਸਾਖੀਆਂ ਭੁੱਲ ਗਈਆਂ। ਉਹ ਜਦੋਂ ਤੇਗ ਦੀ ਤਿਖੜੀ ਧਾਰ ਵੇਖੀ ਛਾਲ ਮਾਰ ਕੇ ਗੁਰੂ ਕਲਗੀਧਰ ਪਾਤਸ਼ਾਹ ਸਟੇਜ ਤੇ ਇਉਂ ਆ ਗਏ ਜੀ।
ਇੱਕ ਸਿਰ ਦੀ ਮੰਗ ਕੀਤੀ। ਸਤਿਗੁਰਾਂ ਦੇ ਵੱਲ ਵੇਖ ਕੇ ਸੰਗਤਾਂ ਚੁੱਪਚਾਪ ਹੋ ਗਈਆਂ ਕਿ ਅੱਜ ਤੱਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਸਿੱਖਾਂ ਨੂੰ ਬੜਾ ਪਿਆਰ ਕਰਦੇ ਸੀ ਕਿ ਅੱਜ ਸਿਰ ਦੀ ਮੰਗ ਕਰ ਰਹੇ ਨੇ। ਮਹਾਰਾਜ ਕਹਿਣ ਲੱਗੇ, ਖਾਲਸਾ ਜੀ ਅੱਜ ਸਾਨੂੰ ਇੱਕ ਸਿਰ ਦੀ ਲੋੜ ਹੈ। ਹਿੰਦੁਸਤਾਨ ਦੀ ਗੈਰਤ ਨੂੰ ਜਗਾਉਣ ਵਾਸਤੇ ਅਸੀਂ ਇੱਕ ਨਵੇਕਲਾ ਪੰਥ ਸਾਜਣਾ ਹੈ। ਬਾਪੂ ਸੋਹਣ ਸਿੰਘ ਜੀ ਸੀਤਲੇ ਇੱਥੇ ਚਾਰ ਲੈਣਾ ਬਾ ਕਮਾਲ ਦੀਆਂ ਲਿਖਦੇ। ਉਹ ਕਹਿੰਦੇ, ਬੋਲੇ ਗੱਜ ਕੇ ਗੁਰੂ ਦਸ਼ਮੇਸ਼ ਜੀ, ਸੁਣੋ ਖਾਲਸਾ ਜੀ ਨਾਲ ਧਿਆਨ, ਮੈਨੂੰ ਪੰਥ ਸਜਾਵਣ ਵਾਸਤੇ ਘਰੋਂ ਭੇਜਿਆ ਆਪ ਭਗਵਾਨ। ਸੋ ਮੈਂ ਪੰਥ ਸਜਾਉਣਾ ਖਾਲਸਾ, ਜਿਹਦੀ ਜੱਗ ਤੋਂ ਨਿਰਾਲੀ ਛਾਣ। ਮਹਿਲ ਸਿੱਖੀ ਦਾ ਉਸਾਰਨ ਵਾਸਤੇ ਪਹਿਲਾਂ ਕਰਨੇ ਨੇ ਸਿੱਖ ਕੁਰਬਾਨ। ਸੀਸ ਮੰਗਦੀ ਕਿਸੇ ਬਲਵਾਨ ਦਾ, ਮੇਰੇ ਹੱਥ ਵਿੱਚ ਲੀ ਕਿਰਪਾਨ। ਆਵੋ ਧਰੋ ਕੋਈ ਚੜਾਵਾ ਜੋ ਦਿਓ, ਭੇਟਾ ਸੀਸ ਵਾਲੀ ਹੋਵੇ ਪ੍ਰਵਾਨ। ਜਾਨੋ ਜਾਨ ਨਜ਼ਰਾਨਾ ਮੁੱਢਲਾ, ਦੇਣੇ ਪੈਣਗੇ ਜਹਾਨ ਤੇ ਈਮਾਨ। ਜਿਹੜਾ ਪੰਥ ਨਿਆਰਾ ਹੋਵੇ ਸੀਤਲਾ ਹੁੰਦਾ ਉਸ ਦਾ ਅਨੋਖਾ ਇਮਤਿਹਾਨ। ਇਸ ਪੰਥ ਨੂੰ ਸਾਜਣ ਹਾਰੇ, ਇਸ ਪੰਥ ਦੇ ਬਾਨੀ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਵੀ ਪਰਖ ਲਈ ਵੀ ਇਸ ਪਰਖ ਦੇ ਵਿੱਚ ਬਾਬਾ ਲਹਿਣਾ ਜੀ ਪੂਰੇ ਉਤਰੇ। ਜੋ ਵੀ ਕਹਿੰਦੇ ਰਹੇ ਮਹਾਰਾਜ ਸਤ ਬਚਨ ਕਹਿੰਦੇ ਰਹੇ। ਇਥੋਂ ਤੱਕ ਸਾਹਮਣੇ ਇੱਕ ਮਰਿਆ ਹੋਇਆ ਬੰਦਾ ਪਿਆ ਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਲਹਿਣਿਆਂ ਨੂੰ ਛਕ ਲਾ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਤੇ ਬਾਬਾ ਲਹਿਣਾ ਜੀ ਗੁਰੂ ਗੋਬਿੰਦ ਸਿੰਘ ਦਾ ਬਚਨ ਮੰਨਿਆ। ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਆਣ ਕੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਦਾ ਬਚਨ ਮੰਨਿਆ ਤੇ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ ਇਹਨੂੰ ਛਕਣ ਵਾਸਤੇ ਪੈਰਾਂ ਵੱਲੋਂ ਛਕਣਾ ਸ਼ੁਰੂ ਕਰ ਲਾਂਗੇ ਸਿਰ ਵੱਲੋਂ। ਮਹਾਰਾਜ ਨੇ ਛਾਤੀ ਵਾਲ ਲਾ ਕੇ ਆਖਿਆ, ਲੈਣਿਆ ਤੇਰੇ ਨਾਲ ਬਚਨ ਕੀਤਾ ਸੀ ਕਿ ਤੂੰ ਲੈਣਾ ਤੇ ਅਸੀਂ ਦੇਣਾ। ਤੇ ਮਹਾਰਾਜ ਨੇ ਗੁਰਤਾ ਗੱਦੀ ਤੇ ਸੁਭਾਈਮਾਨ ਕਰ ਦਿੱਤਾ, ਕੋਈ ਵੀ ਬਚਨ ਨਹੀਂ ਮੋੜਿਆ। ਤੇ ਮੈਂ ਦੁਨਿਆਵੀ ਲੋਕਾਂ ਦੀ ਗੱਲ ਕਰਾਂ ਜੀ, ਜੇ ਕਿਤੇ ਪਿਤਾ ਦਾ ਪੁੱਤਰ ਆਗਿਆਕਾਰੀ ਹੋਵੇ ਨਾ, ਸਾਰੀ ਜ਼ਿੰਦਗੀ ਆਪਣੇ ਪਿਤਾ ਦਾ ਬਚਨ ਮੰਨੇ, ਪਿਤਾ ਦਾ ਬਚਨ ਧੀ ਮੰਨੇ, ਤੇ ਬਾਪੂ ਜਾਂਦਾ ਜਾਂਦਾ ਸਾਰੀ ਪ੍ਰਾਪਰਟੀ ਆਪਣੇ ਪੁੱਤਰ ਦੇ ਨਾਂ ਕਰ ਜਾਂਦਾ। ਤੇ ਜੇ ਕਿਤੇ ਨਾ ਬਚਨ ਮੰਨਦਾ ਹੋਵੇ ਤੇ ਕਈ ਵਾਰੀ ਬੇਦਖਲ ਕਰ ਦਿੰਦਾ ਉਹਨੂੰ। ਤੇ ਜਿਨ੍ਹਾਂ ਗੁਰੂ ਦਾ ਬਚਨ ਮੰਨਿਆ ਉਹਨਾਂ ਗੁਰੂ ਦੀਆਂ ਵੱਡੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਉਹ ਗੁਰੂ ਦਾ ਹੀ ਰੂਪ ਹੋ ਗਏ। ਮਹਾਰਾਜ ਕਹਿਣ ਲੱਗੇ, ਸਿੱਖੋ ਇੱਕ ਸਿਰ ਦੀ ਲੋੜ ਹੈ, ਕੋਈ ਨਹੀਂ ਉੱਠਿਆ। ਜਦੋਂ ਮਹਾਰਾਜ ਨੇ ਤੀਜੀ ਵਾਰ ਬੜੇ ਜੋਸ਼ ਦੇ ਵਿੱਚ ਆਖਿਆ ਕਿ ਅੱਜ ਇਸ ਪੰਥ ਨੂੰ ਜੇ ਅਗੇਰੇ ਚਲਾਉਣਾ ਹੈ ਤੇ ਸਾਨੂੰ ਇੱਕ ਸਿਰ ਚਾਹੀਦਾ ਹੈ। ਇੱਕ 31 ਸਾਲਾਂ ਦਾ ਨੌਜਵਾਨ ਗੱਭਰੂ, ਲਾਹੌਰ ਦੇ ਰਹਿਣ ਵਾਲਾ, ਖੱਤਰੀਆਂ ਦਾ ਲੜਕਾ, ਸਿਰ ਨੀਵਾਂ ਕਰਕੇ ਗੁਰੂ ਗੋਬਿੰਦ ਰਾਏ ਪਾਤਸ਼ਾਹ ਵੱਲ ਨੂੰ ਤੁਰਿਆ ਆ ਰਿਹਾ ਹੈ। ਮਹਾਰਾਜ ਦਾ ਨਾਮ ਹਾਲੇ ਗੋਬਿੰਦ ਰਾਏ ਹੈ। ਮਹਾਰਾਜ ਨੂੰ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਕਹਿਣ ਲੱਗਾ, ਮਹਾਰਾਜ ਮਾਫ ਕਰਿਓ, ਦੇਰੀ ਦੇ ਨਾਲ ਉੱਠਿਆ, ਮੈਨੂੰ ਪਹਿਲੀ ਆਵਾਜ਼ ਤੇ ਆ ਜਾਣਾ ਚਾਹੀਦਾ ਸੀ, ਪਰ ਸਤਿਗੁਰੂ ਜੀ ਸਿਰ ਹਾਜ਼ਰ ਹੈ। ਮਹਾਰਾਜ ਕਹਿਣ ਲੱਗੇ, ਪਿਆਰਿਓ ਕਿੱਥੋਂ ਆਏ ਹੋ? ਕਹਿੰਦਾ, ਮਹਾਰਾਜ ਲਾਹੌਰ ਤੋਂ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਅੰਮ੍ਰਿਤਸਰ ਸਿਫਤੀ ਦਾ ਘਰ, ਮਹਾਰਾਜ ਸਾਹਿਬ ਜੀ ਦੀ ਬਾਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਹਾਡਾ ਨਾਮ ਕੀ ਹੈ? ਕਹਿੰਦਾ, ਮਹਾਰਾਜ ਨਾਮ ਦਇਆ ਰਾਮ। ਸਤਿਗੁਰੂ ਕਹਿੰਦੇ, ਦਇਆ ਰਾਮ ਜੀ ਲੜੋਗੇ? ਕਹਿੰਦਾ, ਮਹਾਰਾਜ ਨਾ 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 ਨਾ, ਲੜਦਾ ਨਹੀਂ ਆਉਂਦਾ। ਕਾਮ ਹਮਾਰਾ ਤੋਲਣ ਤਕੜੀ, नंगी कर्द कभी ना पकड़ी, चिड़ी उड़े डर से मर जाऊं, मुगलों से कैसे लड़ पाऊं। कहता, महाराज मेरे पिता दी दुकान है, वो तकड़ी दे नाल वध घट तोलदा है ते मैं भी तोलना ही जानदा। महाराज मैं ते कदी नंगी कर्द नहीं पकड़ी ते मुगलों नाल किस तरह लड़ूंगा। महाराज साहब कहन लगे, आ मेरी तेग दे अगे अज तो उपरंत जेड़े जालम इथों दीयां धीआं भैणां नूं बन के लैके जांदे ने, उन्हां नूं लभदा फड़िया करेगा, तेरे नाम दे नाल शेर दा कलस ला देवांगा। मेरे कलगीधर पातशाह ने भाई दया राम नूं फड़िया ते सतगुरां ने तलवार चलाई, अंदर चली तेग जां दिल बाहर हल्ले। महाराज ने बाहों फड़ के धड़ दे नालों सीस वख करना है ते कुछ कम दिले लोग उन्हां दे दिल हिल रहे ने भी वाकई ही सिर कट देणगे। अंदर चली तेग जां दिल बाहर हल्ले, तंबू विचों लहू दे परनाले चले। महाराज ने तलवार चलाई ते धड़ दे नालों सीस जुदा कर दिता। एक बारी कह दो सतनाम श्री वाहिगुरू। तंबू विचों लहू दे परनाले चले, वेखण लगियां संगतां एक दूजे वल्ले। कईयां उठ दीवान चों राह घर दे मल्ले, पूरा उतरे सीतला कोई सिदकी पल्ले। मसंद ते भज गए जेड़े रोज ज्यादा कड़ाह खांदे सी ते भज के माता जी दे कोल गए। कहंदे, माता भोलिए जड़ा समझा उसनूं, तेरे लाल नूं अज कुछ हो गया ही।
ਮੁੱਛਾਂ ਕੁੱਡੀਆਂ ਮੱਥੇ ਤੇ ਆਈ, ਲਾਲੀ ਤੇ ਨੰਗੀ ਕੱਢ ਤਲਵਾਰ ਖਲੋ ਗਿਆ ਈ। ਦਇਆ ਰਾਮ ਲਾਹੌਰ ਦੇ ਰਹਿਣ ਵਾਲਾ, ਸਦਾ ਜ਼ਿੰਦਗੀ ਤੋਂ ਹੱਥ ਧੋ ਗਿਆ ਈ। ਕਹਿੰਦੇ ਮਾਤਾ ਜੀ ਲੱਗਦਾ ਗੁਰੂ ਗੋਬਿੰਦ ਸਿੰਘ ਦੇ ਚੰਡੀ ਉਲਟ ਪੈ ਗਈ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਕਈ ਜਾਣਗੇ ਆਹ ਪਾਠ ਨਾ ਪੜਿਓ ਕਿਤੇ ਉਲਟ ਪੈ ਜਾਊਗਾ ਜੇ, ਤੁਹਾਡੇ ਕੋਲੋਂ ਰਿਆ ਨਹੀਂ ਜੇ ਜਾਣਾ। ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਬਾਣੀ ਤੋਂ ਦੂਰ ਕਰਨ ਵਾਸਤੇ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਬਤ ਜਾ ਕੇ ਸ਼ਿਕਾਇਤ ਕੀਤੀ ਇਹਨਾਂ ਮਸੰਦਾਂ ਨੇ। ਮਾਤਾ ਜੀ ਨੇ ਆਖਿਆ ਬੇਟਾ ਕੀ ਹੋਇਆ? ਕਹਿਣ ਲੱਗੇ ਜਿਹੜੇ ਗੁਰੂ ਸਾਹਿਬ ਸਿੱਖਾਂ ਨੂੰ ਪਿਆਰ ਕਰਦੇ ਸੀ, ਅੱਜ ਇੱਕ ਸਿਰ ਦਾ ਸਿੱਖ ਦਾ ਸਿਰ ਹੀ ਧੜ ਦੇ ਨਾਲੋਂ ਜੁਦਾ ਕਰ ਦਿੱਤਾ। ਮਾਤਾ ਜੀ ਤੁਸੀਂ ਸਮਝਾਓ ਜਾ ਕੇ ਉਹਨਾਂ ਨੂੰ। ਤੇ ਮਾਤਾ ਕੌਣ ਹੈ? ਜਿਨ੍ਹਾਂ ਨੇ ਆਖਿਆ ਮੇਰਾ ਨਾਮ ਗੁਜਰੀ, ਮੇਰੀ ਅਲ ਗੁਜਰੀ, ਇਹੋ ਜਿਹੀ ਘੜੀ ਘੜੀ ਤੇ ਮੇਰੇ ਤੇ ਪਲ ਗੁਜਰੀ। ਇੱਕ ਵਾਰੀ ਕਹਿ ਦਿਓ ਧੰਨ ਮਾਤਾ ਗੁਜਰ ਕੌਰ ਜੀ। ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਜੀ ਨੇ ਆਖਿਆ ਜੋ ਕੁਝ ਵੀ ਹੋ ਰਿਹਾ ਹੈ ਗੋਬਿੰਦ ਕਰ ਰਿਹਾ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਉਹ ਭਲਾਈ ਕਰ ਰਿਹਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਫਿਰ ਇਹਨਾਂ ਮਸੰਦਾਂ ਨੂੰ ਸਾੜ ਦਿੱਤਾ ਸੀ ਜਿਹੜੇ ਭੱਜ ਗਏ ਸੀ। ਅੱਜ ਤੁਹਾਨੂੰ ਪਤਾ ਉੱਥੇ ਮਸੰਦਾਂ ਵਾਲਾ ਸੁਖੂ ਗੁਰਦੁਆਰਾ ਸਾਹਿਬ ਵੀ ਅਨੰਦਪੁਰ ਸਾਹਿਬ ਦੇ ਵਿੱਚ ਸਭਾਏਮਾਨ ਰਹੋ ਵਿਚਾਰ। ਮਹਾਰਾਜ ਫਿਰ ਆਏ ਨੇ ਸਟੇਜ ਤੇ, ਫਿਰ ਇੱਕ ਸਿਰ ਦੀ ਮੰਗ ਕੀਤੀ ਹੈ। ਫਿਰ ਧਰਮਦਾਸ ਹਸਤਨਾਪੁਰ ਦਿੱਲੀ ਦੇ ਰਹਿਣ ਵਾਲਾ ਜਿਹੜਾ ਸੀ ਜੱਟ ਘਰਾਣੇ ਦੇ ਨਾਲ ਸੰਬੰਧ ਰੱਖਦਾ ਸੀ, ਮੈਂ ਜਾਤ ਪਾਤ ਦੇ ਵਿੱਚ ਨਹੀਂ ਪਰ ਇਹਨਾਂ ਦਾ ਜ਼ਿਕਰ ਕਰਨਾ ਪਵੇਗਾ, ਉਹ ਆਏ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਵੀ ਧੜ ਦੇ ਨਾਲੋਂ ਜਿਹੜਾ ਇਹ ਸੀਸ ਜੁਦਾ ਕਰ ਦਿੱਤਾ ਹੈ। ਫਿਰ ਭਾਈ ਹਿੰਮਤ ਰਾਏ ਜੀ ਆਏ ਨੇ। ਫਿਰ ਗੁਰੂ ਪਿਆਰੀ ਸਾਹਿਬ ਸਿੰਘ ਸਾਧ ਸੰਗਤ ਜੀ ਸਾਹਿਬ ਚੰਦ ਜੀ ਆਏ ਨੇ। ਫਿਰ ਉੱਠਿਆ ਬਲ ਧਾਰ ਕੇ ਮੋਹਕਮ ਚੰਦ ਪਿਆਰਾ। ਚੌਥੇ ਨੰਬਰ ਤੇ ਮੋਹਕਮ ਚੰਦ ਜੀ ਆਏ ਨੇ। ਪੰਜਵੇਂ ਨੰਬਰ ਤੇ ਫਿਰ ਸਾਹਿਬ ਰਾਏ ਜੀ ਆਏ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਾਂ ਦੇ ਧੜਾਂ ਦੇ ਨਾਲੋਂ ਵਾਰੀ ਸੀਸ ਜਿਹੜੇ ਨੇ ਉਹ ਜੁਦਾ ਕਰ ਦਿੱਤੇ ਨੇ। ਹੁਣ ਇੱਥੇ ਕੌਮ ਦੇ ਮਹਾਨ ਰਾਈਟਰ ਸਤਿਕਾਰਯੋਗ ਕਵੀਸ਼ਰ ਜੋਗਾ ਸਿੰਘ ਜੀ ਜੋਗੀ, ਉਹਨਾਂ ਦੇ ਉਸਤਾਦ ਬੱਲੀ ਸਿੰਘ ਜੀ, ਉਹਨਾਂ ਨੇ ਇੱਕ ਬਾ ਕਮਾਲ ਦਾ ਕਵਿਤ ਲਿਖਿਆ ਹੈ। ਪੰਡਤ ਬੀਰਬਲ ਜੀ ਉਹਨਾਂ ਦੇ ਉਸਤਾਦ ਨੇ, ਕਿ ਕਿਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਤਰਤੀਬ ਦੇ ਨਾਲ ਪੰਜਾਂ ਨੂੰ ਸੱਦਿਆ, ਕਿ ਕਿਸ ਤਰ੍ਹਾਂ ਸਤਿਗੁਰਾਂ ਨੇ ਖਾਲਸਾ ਪੰਥ ਸਾਜਿਆ। ਪੰਜਾਂ ਦੇ ਧੜ ਦੇ ਨਾਲੋਂ ਸੀਸ ਵੱਖ ਕਰ ਦਿੱਤੇ ਨੇ। ਮਹਾਰਾਜ ਨੇ ਸਰਬਲੋਏ ਦਾ ਬਾਟਾ ਮੰਗਾ ਲਿਆ। ਪੰਜ ਪਿਆਰਿਆਂ ਦੇ ਵਿੱਚੋਂ ਪਿਆਰੇ ਸਤਿਕਾਰਯੋਗ ਭਾਈ ਮਨਜੋਤ ਸਿੰਘ ਜੀ, ਜਿਨ੍ਹਾਂ ਦਾ ਆਨੰਦ ਕਾਰਜ ਲਾਸਟ ਵੀਕ ਦੇ ਵਿੱਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਹੋਈ ਹੈ, ਜਿੱਥੇ ਆਪਾਂ ਹਾਜ਼ਰੀ ਭਰੀ ਸੀ। ਆਪ ਸੰਗਤਾਂ ਨੇ ਵੀ, ਬਹੁਤ ਸਾਰੇ ਵੀਰ ਗੁਰਪਾਲ ਸਿੰਘ ਜੀ ਭੈਣ ਜੀ ਹੋਣੀ ਬੈਠੇ ਨੇ, ਹਾਜ਼ਰੀ ਲਵਾਈ ਸੀ। ਬਹੁਤ ਹੀ ਐਸੇ ਆਨੰਦ ਕਾਰਜ ਕਿਤੇ ਸਤਿਗੁਰੂ ਕਿਰਪਾ ਕਰਨ ਲੰਮੇ ਸਮੇਂ ਬਾਅਦ ਮਿਲਦੇ ਨੇ। ਗੁਰਸਿੱਖਾਂ ਦੇ ਐਸੇ ਕਾਰਜ ਗੁਰੂ ਮਹਾਰਾਜ ਨੇ ਵੱਡੀ ਕਿਰਪਾ ਕੀਤੀ। ਇਹਨਾਂ ਨੂੰ ਪਤਾ ਹੈ ਕਿਸ ਤਰ੍ਹਾਂ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ ਤੇ ਗੁਰੂ ਦੇ ਲੜ ਜੋੜਿਆ ਜਾਂਦਾ ਹੈ। ਉਹਨਾਂ ਨੇ ਮਹਾਰਾਜ ਸਾਹਿਬ ਜੀ ਨੇ ਸਰਬਲੋਏ ਦਾ ਬਾਟਾ ਮੰਗਾਇਆ, ਵਿੱਚ ਖੰਡਾ ਪਾਇਆ, ਵਿੱਚ ਸਤਲੁਜ ਦਾ ਜਲ ਪਾਇਆ ਹੈ। ਮਾਤਾ ਜੀਤਾ ਜੀ ਨੇ ਉੱਥੇ ਪਤਾਸੇ ਪਾਏ ਨੇ। ਗੁਰੂ ਪਿਆਰੀ ਸਾਧ ਸੰਗਤ ਜੀ ਮਾਤਾ ਸਾਹਿਬ ਦੇਵਾਂ ਜੀ ਬਾਅਦ ਚ ਆਏ ਨੇ। ਉਹਨਾਂ ਦਾ ਡੋਲਾ ਰਤਾਸ ਤੋਂ ਲੈ ਕੇ ਉਹਨਾਂ ਦੇ ਪਿਤਾ ਜੀ ਉਹ ਬਾਅਦ ਦੇ ਵਿੱਚ ਆਏ ਨੇ। ਇੱਥੇ ਮਾਤਾ ਜੀਤਾ ਜੀ ਨੇ ਇਤਿਹਾਸਕਾਰ ਕਹਿੰਦੇ ਨੇ ਕਿ ਪਤਾਸੇ ਪਾਏ ਨੇ। ਸ਼ਹਿਰ ਕਹਿੰਦਾ ਦਸਮ ਪਿਤਾ ਨੇ ਤੱਕਿਆ ਜੋ ਚਾਰ ਚਫੇਰੇ, ਕਹਿਰਤਾ ਤੇ ਬੁਜ਼ਦਲੀ ਦੇ ਹੱਥਾਂ ਡੇਰੇ। ਅਣਖ ਦੌੜ ਗਈ ਹਿੰਦ ਚੋਂ ਕੁਝ ਪਰੇ ਪਰੇਰੇ, ਬਹਿ ਗਈ ਛੁੱਪ ਬਹਾਦਰੀ ਕਰ ਘੁੰਡਲ ਮੇਰੇ। ਪੈ ਗਏ ਅਣਖੀ ਰਾਜਪੂਤ ਵਿੱਚ ਘੁੰਮਣ ਘੇਰੇ, ਮੇਰਾਂ ਦੇ ਸਾਈਂ ਟੁੱਟ ਪਏ ਉਹਨਾਂ ਵਿਉਂਤ ਰਚਾਈ। ਇਕੱਠੇ ਕੀਤੇ ਜੀ ਜੰਤ ਬੇਅੰਤ ਲਕਾਈ, ਫਿਰ ਦਇਆ ਉਹਨਾਂ ਚੋਂ ਕੱਢ ਕੇ ਇੱਕ ਥਾਂ ਟਕਾਈ। ਧਰਮ ਹਿੰਮਤ ਨੂੰ ਖਿੱਚ ਲਿਆ ਮਚ ਗਈ ਦੁਹਾਈ, ਸੰਗਮ ਤਿੰਨਾ ਵੇਖ ਕੇ ਆਈ ਮੋਕ ਮਤਾਈ। ਫਿਰ ਸਾਹਿਬ ਵੀ ਆਖਦੀ ਲੋ ਮੈਂ ਵੀ ਆਈ। ਪੰਜਾਂ ਦੇ ਧੜ ਦੇ ਨਾਲੋਂ ਸੀਸ ਜੁਦਾ ਕਰ ਦਿੱਤੇ ਨੇ। ਜਦ ਹੋਈਆਂ ਪੰਜੇ ਇਕੱਠੀਆਂ ਬਣ ਗਈ ਦਵਾਈ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਖੰਡਾ ਫੇਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਜਪਜੀ ਸਾਹਿਬ ਪੜਿਆ। ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਆਈ ਹੋਈ ਬਾਣੀ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਜਪਜੀ ਸਾਹਿਬ ਪੜਿਆ, ਜਾਪ ਸਾਹਿਬ ਪੜਿਆ, ਸਵਈਏ ਪੜੇ, ਚੌਪਈ ਪੜੀ, ਆਨੰਦ ਸਾਹਿਬ ਪੜਿਆ। ਕਵੀ ਜੀ ਕਹਿੰਦੇ ਜਦ ਹੋਈਆਂ ਪੰਜੇ ਇਕੱਠੀਆਂ ਬਣ ਗਈ ਦਵਾਈ। ਫਿਰ ਜਪਜੀ ਜਾਪ ਸਵਈਆਂ ਦੀ ਵਿੱਚ ਕਣੀ ਮਲਾਈ। ਫਿਰ ਚੌਪਈ ਤੇ ਆਨੰਦ ਦੀ ਵਿੱਚ ਮਿੱਠਤ ਪਾਈ। ਪੜ ਕੇ ਪੰਜ ਬਾਣੀਆਂ। ਫਿਰ ਸਤਿਗੁਰਾਂ ਨੇ ਚੌਪਈ ਤੇ ਆਨੰਦ ਦੀ ਵਿੱਚ ਮਿੱਠਤ ਪਾਈ। ਏਦਾਂ ਦਾਤ ਅਮੁੱਲੜੀ ਸਤਿਗੁਰੂ ਬਣਾਈ, ਅੰਮ੍ਰਿਤ ਬਾਟਾ ਤਿਆਰ ਹੋ ਗਿਆ। ਫਿਰ ਮਹਾਰਾਜ ਨੇ ਜਿਨ੍ਹਾਂ ਦੇ ਸਿਰ ਕੱਟੇ ਸੀ ਨਾਲ ਜੋੜੇ। ਸਤਿਗੁਰ ਮੇਰਾ ਸਰਬ ਪ੍ਰਤਪਾਲੇ, ਸਤਿਗੁਰ ਮੇਰਾ ਮਾਰਜ ਵਾਲੇ। ਮੇਰੇ ਗੁਰੂ ਦੇ ਵਿੱਚ ਇੰਨੀ ਸਮਰੱਥਾ ਹੈ, ਗੁਰੂ ਪਿਆਰੀ ਸਾਧ ਸੰਗਤ ਜੀ ਮਰੇ ਨੂੰ ਵੀ ਜਿਉਂਦਾ ਕਰ ਦਿੰਦੇ। ਬਾਬਾ ਜੇਠਾ ਜੀ ਨੇ ਕੀਤਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਮਾਈ ਧਾਵਾ ਮਾਰੇ ਪਿੱਟੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਈ ਰੋਂਦੀ ਕਿਉਂ ਹੈ? ਕਹਿੰਦੇ ਮਹਾਰਾਜ ਮਾਈ ਦਾ ਜਵਾਨ ਪੁੱਤਰ ਮਰ ਗਿਆ ਤਈਏ ਤਾਪ ਦੇ ਨਾਲ। ਵੱਡੀ ਸਾਖੀ ਹੈ
ਗਿਆਨੀ ਜੀ ਉਹਨਾਂ ਨੂੰ ਭਾਈ ਸਾਹਿਬ ਜੀ ਬੈਠੇ ਨੇ, ਸਮਾਂ ਨਹੀਂ ਮੈਂ ਸਾਖੀ ਇੱਥੇ ਬਿਆਨ ਕਰ ਸਕਾਂ। ਮੁਰਦਿਆਂ ਨੂੰ ਜਿੰਦਾ ਕੀਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਘਰ ਨੇ, ਮਰਿਆਂ ਦੇ ਵਿੱਚ ਜਾਨ ਪਾ ਦਿੱਤੀ। ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਿਰ ਜੋੜੇ, ਫਿਰ ਉਹਨਾਂ ਨੂੰ ਜਵਾਇਆ, ਫਿਰ ਜੀਵਨ ਬੂਟੀ ਉਸ ਦੇ ਘਰ ਵੱਖਰ ਘੱਤੇ। ਫਿਰ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਪੰਜ ਜਿਹੜੇ ਨੇ ਉਹ ਸਭਾਏ ਮਾਨ ਨੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਪੰਜ ਚੂਲੇ ਮੁਖ ਦੇ ਵਿੱਚ ਜਦੋਂ ਚੂਲਾ ਦਿੰਦੇ ਨੇ ਨਾ ਪੰਜ ਪਿਆਰੇ ਸਾਹਿਬਾਨ, ਤੇ ਕਹਿੰਦੇ ਨੇ ਪਿਆਰਿਆਂ ਨਾਲ ਚੂਲਾ ਦੇਣਾ, ਨਾਲ ਕਹਿਣਾ ਪਿਆਰਿਆ ਕੀ ਬੋਲ, ਤੁਸੀਂ ਵੀ ਬੋਲਿਓ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਅੱਖਾਂ 'ਚ ਛਿੱਟੇ ਮਾਰਦੇ ਨੇ ਕਿ ਅੱਜ ਤੋਂ ਇਹ ਨੇਤਰ ਤੇਰੇ ਗੁਰੂ ਨੂੰ ਵੇਖਣ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਨੇਤਰ ਪਵਿੱਤਰ ਕਰ ਦਿੰਦੇ ਨੇ ਸਤਿਗੁਰੂ। ਫਿਰ ਜਦੋਂ ਨੇਤਰਾਂ 'ਚ ਛਿੱਟੇ ਮਾਰਦੇ ਨੇ ਫਿਰ ਵੀ ਕਹਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਕੇਸਾਂ ਦੇ ਵਿੱਚ ਪਾਉਂਦੇ ਨੇ ਚੂਲੇ, ਫਿਰ ਕਹਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਵੀ ਜੀ ਕਹਿੰਦੇ ਪੰਜ ਪਾਏ ਵਿੱਚ ਮੁਖ ਦੇ ਪੰਜ ਅੱਖੀਂ ਅਤੇ ਪੰਜੇ ਹੋ ਗਏ ਸਰਾਜੀਤ ਬੋਲੇ ਰੰਗ ਰਤੇ, ਸਭੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਖਾਲਸਾ ਪੰਥ ਸਾਜਿਆ ਤੇ ਖਾਲਸਾ ਪੰਥ ਸਾਜ ਕੇ ਫਿਰ ਮਹਾਰਾਜ ਵਡਿਆਈਆਂ ਦੇ ਰਹੇ ਨੇ, ਉਹਨਾਂ ਦੇ ਨਾਲ ਕੁਝ ਬਚਨ ਕਰ ਰਹੇ ਨੇ ਰਹਿਤਾਂ ਤੇ ਕਰਿਤਾਂ ਦੀ ਬਾਬਤ। ਕਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਰਹਿਮਤਾਂ ਵਰਤਾ ਰਹੇ ਨੇ, ਤਵੱਜੋ ਦੇਣਾ ਸਰਵਣ ਕਰੋ। ਫੇਰ ਜਿਵਾ ਕੇ ਪੰਜਾਂ ਨੂੰ ਦਿਲਕਸ਼ ਖੂਬ ਬਣਾਈਆਂ ਸ਼ਕਲਾਂ ਨਵੀਂ ਨੁਹਾਰ ਦੀਆਂ, ਦਿਲਕਸ਼ ਖੂਬ ਬਣਾਈਆਂ ਸ਼ਕਲਾਂ ਨਵੀਂ ਨੁਹਾਰ ਦੀਆਂ, ਕੌਣ ਪਛਾਣੇ ਰਮਜਾ ਸਤਿਗੁਰ ਕਲਗੀਧਰ ਦੀਆਂ, ਕੌਣ ਪਛਾਣੇ ਰਮਜਾ ਸਤਿਗੁਰ ਕਲਗੀਧਰ ਦੀਆਂ। ਖੰਡੇ ਨਾਲ ਰਗੜ ਕੇ ਤੇ ਕੋਲ ਪਵਿੱਤਰ ਪਾਣੀ ਦੇ ਵਿੱਚ ਧਾਰਾ ਸਾਰਦੀਆਂ, ਕੋਲ ਪਵਿੱਤਰ ਪਾਣੀ ਦੇ ਵਿੱਚ ਧਾਰਾ ਸਾਰਦੀਆਂ, ਕੌਣ ਪਛਾਣੇ ਰਮਜਾ ਸਤਿਗੁਰ ਕਲਗੀਧਰ ਦੀਆਂ, ਕੌਣ ਪਛਾਣੇ ਰਮਜਾ ਸਤਿਗੁਰ ਕਲਗੀਧਰ ਦੀਆਂ।
ਰਮਜਾਂ ਸਤਿਗੁਰ ਕਲਗੀਧਰ ਦੀਆਂ ਕੌਣ ਪਛਾਣੇ ਰਮਜਾਂ ਸਤਿਗੁਰ ਕਲਗੀਧਰ ਦੀਆਂ ਕੌਣ ਪਛਾਣੇ ਰਮਜਾਂ ਸਤਿਗੁਰ ਕਲਗੀਧਰ ਦੀਆਂ। ਸਾਰੀ ਸੰਗਤ ਕਹਿ ਦਿਓ ਜੀ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਕਲਗੀਧਰ ਪਾਤਸ਼ਾਹ ਨੇ ਇਹਨਾਂ ਨੂੰ ਹੁਣ ਵਧੀਆ ਬਾਣੇ ਪਵਾ ਕੇ, ਕੇਸਾਂ ਦੇ ਵਿੱਚ ਕੰਘਾ ਦੇ ਕੇ, ਗਲ ਦੇ ਵਿੱਚ ਸ੍ਰੀ ਸਾਹਿਬ ਪਨਾ ਕੇ, ਹੱਥ ਦੇ ਵਿੱਚ ਕੜਾ ਪਵਾ ਕੇ, ਜੱਤ ਤੇ ਸੱਤ ਦੀ ਨਿਸ਼ਾਨੀ ਕਸ਼ਹਿਰਾ ਬਖਸ਼ਿਸ਼ ਕਰਕੇ ਤੇ ਆਖਿਆ ਕੇਸਾਂ ਦੀ ਰੋਮਾਂ ਦੀ ਕਦੀ ਵੀ ਬੇਅਦਬੀ ਨਹੀਂ ਕਰਨੀ ਏ, ਸਾਡੀ ਮੋਹਰ ਹੋਣਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਾਡੇ ਪਿਆਰੇ ਨੇ। ਫਿਰ ਮਹਾਰਾਜ ਸਾਹਿਬ ਜੀ ਨੇ ਕਲੇਸ਼ਾਂ ਤੋਂ ਬਚਣ ਵਾਸਤੇ ਆਖਿਆ ਕਿ ਗੁਰੂ ਕੇ ਸਿੱਖੋ, ਅੱਜ ਤੋਂ ਉਪਰੰਤ ਤੁਸੀਂ ਆਪਣੇ ਤੋਂ ਵੱਡੀਆਂ ਨੂੰ, ਜਿਹੜਾ ਗੁਰੂ ਦਾ ਸਿੱਖ ਹੋਵੇਗਾ, ਅੱਜ ਤੋਂ ਉਪਰੰਤ ਤੁਹਾਡੇ ਨਾਮ ਦੇ ਨਾਲ ਚੰਦ ਤੇ ਰਾਮ ਨਹੀਂ ਹੋਵੇਗਾ। ਹਰ ਇੱਕ ਸਿੱਖ ਦੇ ਨਾਮ ਦੇ ਨਾਲ ਜਿਹੜਾ ਅੰਮ੍ਰਿਤਧਾਰੀ ਸਿੱਖ ਹੋਇਆ ਕਰੇਗਾ, ਉਹਦੇ ਨਾਮ ਦੇ ਨਾਲ ਸਿੰਘ ਹੋਇਆ ਕਰੇਗਾ। ਸਿੰਘ ਨਾਮ ਹੈ ਸ਼ੇਰ ਦਾ। ਅੱਜ ਤੋਂ ਉਪਰੰਤ ਤੁਸੀਂ ਦਇਆ ਰਾਮ ਨਹੀਂ ਰਹਿ, ਤੁਹਾਡਾ ਨਾਮ ਬਦਲ ਕੇ ਦਇਆ ਸਿੰਘ ਰੱਖ ਦਿੱਤਾ ਹੈ। ਤੁਸੀਂ ਧਰਮਦਾਸ ਨਹੀਂ ਰਹਿ, ਤੁਸੀਂ ਧਰਮ ਸਿੰਘ ਬਣ ਗਏ ਹੋ। ਤੁਸੀਂ ਮੋਹਕਮ ਚੰਦ ਨਹੀਂ ਰਹਿ, ਤੁਸੀਂ ਮੋਹਕਮ ਸਿੰਘ ਬਣ ਗਏ ਹੋ। ਤੁਸੀਂ ਸਾਹਿਬ ਰਾਏ ਨਹੀਂ ਰਹਿ, ਤੁਸੀਂ ਸਾਹਿਬ ਸਿੰਘ ਬਣ ਗਏ ਹੋ। ਤੁਸੀਂ ਹਿੰਮਤ ਰਾਏ ਨਹੀਂ ਰਹਿ, ਤੁਸੀਂ ਹਿੰਮਤ ਸਿੰਘ ਬਣ ਗਏ ਹੋ। ਮਹਾਰਾਜ ਨੇ ਪੰਜਾਂ ਦੇ ਨਾਮ ਦੇ ਨਾਲ ਸਿੰਘ ਲਾ ਦਿੱਤਾ। ਭੈਣੋ, ਤੁਹਾਨੂੰ ਆਪਣੀਆਂ ਲਾਡਲੀਆਂ ਧੀਆਂ ਮਹਾਰਾਣੀਆਂ ਬਣਾ ਕੇ ਤੇ ਤੁਹਾਡੇ ਨਾਮ ਦੇ ਨਾਲ ਕਲਗੀਧਰ ਪਾਤਸ਼ਾਹ ਨੇ ਕੌਰ ਲਾਇਆ। ਇਹ ਗੁਰੂ ਕਲਗੀਧਰ ਪਾਤਸ਼ਾਹ ਨੇ ਰਹਿਮਤ ਕੀਤੀ। ਰਹਿਤਾਂ ਦੇ ਵਿੱਚ ਪੂਰੇ ਰਹਿਣਾ, ਬਜਰ ਕਰੈਤਾਂ ਤੋਂ ਬਚ ਕੇ ਰਹਿਣਾ। ਦੇ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁਖੋਂ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ। ਅੱਜ ਤੋਂ ਉਪਰੰਤ ਤੁਹਾਨੂੰ ਕੋਈ ਸਤਾਂਕੀ ਰਾਮ, ਕੋਈ ਚੰਦ ਕਹਿ ਕੇ ਨਹੀਂ, ਸਰਦਾਰ ਜੀ ਕਹਿ ਕੇ ਬੁਲਾਇਆ ਕਰਨਗੇ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਜੇਬ ਦੇ ਵਿੱਚ ਕੁਝ ਨਾ ਹੋਵੇ। ਆ ਕਈ ਵਾਰੀ ਐਮਪੀ ਵੱਲ ਚਲੇ ਜਾਂਦੇ ਨੇ ਸਾਡੇ ਸਿੰਘ, ਮਾਇਆ ਬੇਸ਼ੱਕ ਗੱਫਾ ਘੱਟ ਵੀ ਹੋਵੇ ਤਾਂ ਵੀ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ। ਇਹ ਸਰਦਾਰੀਆਂ ਕਿੰਨੇ ਦਿੱਤੀਆਂ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਦੇਖ ਕੇ ਤੇ ਕਿੰਨਾ ਵੀ ਵੱਡਾ ਰਿਚ ਬੰਦਾ ਹੋਵੇ, ਜੇ ਉਹਨੇ ਕੇਸ ਨਹੀਂ ਰੱਖੇ, ਕੇਸ ਦਾੜਾ ਨਹੀਂ ਰੱਖਿਆ, ਤੇ ਉਹਦਾ ਉਹ ਸਤਿਕਾਰ ਨਹੀਂ ਜੇ ਜਿਹੜਾ ਸਿੰਘਾਂ ਦਾ ਸਤਿਕਾਰ ਹੈ, ਜਿਹੜਾ ਸਿੱਖਾਂ ਦਾ ਸਤਿਕਾਰ ਹੈ। ਦੇਖ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁਖੋਂ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ। ਦੇਖ ਕੇ ਕੇਸ ਦਸ਼ਮੇਸ਼ ਨੇ ਕਿਹਾ ਮੁਖੋਂ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ। ਕੰਗਾ ਫੇਰ ਦੇ ਸਦਾ ਖਿਆਲ ਰੱਖਣਾ, ਕਦੇ ਸਿਰਾਂ ਤੇ ਚੱਲਣੀਆਂ ਯਾਰੀਆਂ ਨੇ। ਉੱਠੇ ਹੱਥ ਨਾ ਕਿਸੇ ਮਜਲੂਮ ਉੱਤੇ, ਉੱਠੇ ਹੱਥ ਨਾ ਕਿਸੇ ਮਜਲੂਮ ਉੱਤੇ। ਕੜਾ ਨਹੀਂ ਏ ਕੜੀਆਂ ਗਈਆਂ ਮਾਰੀਆਂ ਨੇ, ਕਸ਼ ਦੇ ਕੇ ਜੱਤ ਤੇ ਸੱਤ ਵਾਲੀ। ਬਖਸ਼ ਦਿੱਤੀਆਂ ਬਰਕਤਾਂ ਸਾਰੀਆਂ ਨੇ। ਮਜਲੂਮਾਂ ਦੀ ਢਾਲ ਬਣ ਕੇ ਇਸ ਲਈ ਕਿਰਪਾਨ ਦਾ ਦਾਨ ਕੀਤਾ। ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ, ਖੰਡੇ ਤਾਰੇ ਅੰਮ੍ਰਿਤ ਤੁਸਾਂ ਪਾਨ ਕੀਤਾ। ਖੰਡੇ ਤਾਰੇ ਅੰਮ੍ਰਿਤ ਤੁਸਾਂ ਪਾਨ ਕੀਤਾ। ਮਹਾਰਾਜ ਨੇ ਬੜਾ ਵੱਡਾ ਸਿੱਖ ਨੂੰ ਮਾਣ ਬਖਸ਼ਿਆ। ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਵੱਡੀਆਂ ਨੂੰ ਮਾਵਾਂ ਦਾ ਦਰਜਾ, ਬਰਾਬਰ ਦੀਆਂ ਨੂੰ ਭੈਣਾਂ ਦਾ ਦਰਜਾ, ਛੋਟੀਆਂ ਨੂੰ ਧੀਆਂ ਦਾ ਦਰਜਾ। ਗੁਰੂ ਕਿਹਾ ਸਿੱਖਾਂ ਬੜੀ ਚੜ੍ਹਦੀ ਕਲਾ ਦੇ ਨਾਲ ਰਹਿਣਾ ਹੈ। ਕੁੱਠਾ ਮੀਟ ਹਲਾਲ ਇਹਨਾਂ ਚੀਜ਼ਾਂ ਤੋਂ ਬਚਣਾ। ਤੰਬਾਕੂ ਲਾਉਣ ਵਾਲੇ ਦੀ ਕੁਲ ਦਾ ਹੀ ਨਾਸ ਹੋ ਜਾਂਦਾ ਜਿਹੜਾ ਸਿੱਖਾਂ ਦੇ ਘਰ ਦੇ ਵਿੱਚ ਪੈਦਾ ਹੋ ਕੇ ਤੰਬਾਕੂ ਲਾਵੇ। ਕਦੀ ਵੇਖਿਆ ਤੁਸੀਂ ਲੋਕਾਂ ਦੀਆਂ ਕਮਿਊਨਿਟੀਆਂ ਦੀਆਂ ਜਾਂਦੀਆਂ ਜਿਹੜੀਆਂ ਨੇ ਉਹ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਇਹਨਾਂ ਨਸ਼ਿਆਂ ਦਾ ਕਰਕੇ ਲੱਗੀਆਂ।
ਕਿਹੜੇ ਸਿੱਖ ਦੇ ਹੱਥ ਦੇ ਵਿੱਚ ਕੜਾ ਪਾਇਆ ਹੋਵੇ ਤੇ ਉਹ ਸਿੱਖ ਜਦੋਂ ਕੜੇ ਵਾਲੇ ਹੱਥ ਦੇ ਨਾਲ ਕਿਸੇ ਅਲਕੋਹਲ ਵਾਲੀ ਚੀਜ਼ ਨੂੰ ਹੱਥ ਪਾਵੇਗਾ, ਉਹਨੂੰ ਗੁਰੂ ਚੇਤਾ ਆ ਜਾਵੇਗਾ ਤੇ ਛੱਡ ਦੇ। ਮਹਾਰਾਜ ਨੇ ਬੜਾ ਵੱਡਾ ਕਰਤਾਰ ਬਖਸ਼ਿਸ਼ ਕੀਤਾ ਹੈ। ਸਿੱਖ ਨੇ ਇੱਕ ਇੱਕ ਲੜ ਕਰਕੇ ਪੱਗ ਬੰਨਣੀ ਤੇ ਇੱਕ ਇੱਕ ਲੜ ਕਰਕੇ ਲਾਉਣੀ। ਇਹ ਨਹੀਂ ਵੀ ਟੋਪੀ ਵਾਂਗ ਲਾਈ ਤੇ ਟੋਪੀ ਵਾਂਗ ਰੱਖ ਲਈ। ਤੇ ਜਿਹੜੇ ਮੁਰਦਾ ਹੋਏ ਕੇਸ, ਮੁਰਦੇ ਦਾ ਪੁਜਾਰੀ ਨਹੀਂ ਸਿੱਖ। ਲੋਕ ਮੁਰਦਿਆਂ ਨੂੰ ਪੂਜਦੇ ਨੇ, ਕਬਰਾਂ ਨੂੰ ਮੰਨਦੇ ਨੇ। ਉਹਨਾਂ ਕੇਸਾਂ ਨੂੰ ਕੰਘਾ ਕਰਕੇ, ਕੰਘਾ 2 ਵਕਤ ਕਰਨਾ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ। ਤੇ ਜਦੋਂ ਲੱਕੜ ਦਾ ਕੰਘਾ ਕਰਦੇ ਆ, ਜਿੱਥੇ ਆਪਣਾ ਜਿਹੜਾ ਬ੍ਰੇਨ ਸਟਰੋਂਗ ਹੁੰਦਾ ਹੈ, ਆਪਾਂ ਬਿਮਾਰੀਆਂ ਤੋਂ ਬਚਦੇ ਆ, ਉੱਥੇ ਮੁਰਦਾ ਹੋਏ ਕੇਸ ਜਿਹੜੇ ਨੇ ਉਹਨਾਂ ਦੀ ਸੰਭਾਲ ਕਰਨੀ, ਕਿਉਂਕਿ ਕੇਸ ਗੁਰੂ ਦੀ ਮੋਹਰ ਹੈ। ਮਹਾਰਾਜ ਸੱਚੇ ਪਾਤਸ਼ਾਹ, ਬੜਾ ਵੱਡਾ ਇਤਿਹਾਸ ਹੈ ਕਿਸ ਤਰ੍ਹਾਂ ਪੀਰ ਬੁੱਧੂ ਸ਼ਾਹ ਜੀ ਉਹਨਾਂ ਨੂੰ ਮਹਾਰਾਜ ਨੇ ਕੇਸਾਂ ਵਾਲਾ ਕੰਘਾ ਦੇ ਕੇ ਉਹਨਾਂ ਨੇ ਪੁੱਤਰ ਹੀ ਵਾਰਤੇ ਇਹਨਾਂ ਕੇਸਾਂ ਤੋਂ। ਤੇ ਬਾਬਾ ਨੰਦ ਲਾਲ ਜੀ, ਭਗਤ ਨੰਦ ਲਾਲ ਜੀ ਕਵੀ ਜੀ ਕਹਿੰਦੇ ਨੇ ਕਿ ਮਹਾਰਾਜ ਤੁਹਾਡੇ ਇੱਕ ਕੇਸ ਤੋਂ ਜਿਹੜਾ ਹੈ ਅਸੀਂ ਆਪਣੀ ਜਾਨ ਨਿਛਾਵਰ ਕਰ ਦਈਏ, ਚਰਨਾਂ ਤੋਂ ਬਲਹਾਰ ਜਾਈਏ। ਇਸੇ ਕਰਕੇ ਵੱਧ ਤੋਂ ਵੱਧ ਕੇਸਾਂ ਦੀ ਸੰਭਾਲ ਕਰਨੀ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਇਸ ਤੋਂ ਅਗੇਲੀਆਂ ਬੇਨਤੀਆਂ ਫਿਰ। ਤੇ ਹੁਣ ਦੂਸਰੀ ਵਿਸਾਖੀ, ਇੱਕ ਕਵਿਤਾ ਜਲਦੀ ਜਲਦੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲ ਇੱਕ ਪੱਤਰਕਾਰਾਂ ਦਾ ਟੋਲਾ ਆਇਆ। ਉਹਨਾਂ ਨੇ ਆਣ ਕੇ ਆਖਿਆ, ਕਹਿਣ ਲੱਗੇ ਬਾਬਾ ਜੀ ਸਾਨੂੰ ਇੰਦਰਾ ਗਾਂਧੀ ਨੇ ਆਖਿਆ ਹੈ ਕਿ ਤੁਸੀਂ ਇੱਕ ਬੰਬਾਂ ਦੀ ਫੈਕਟਰੀ ਲਾਈ ਹੈ, ਤੁਸੀਂ ਬੜੇ ਗ੍ਰਨੇਡ ਤਿਆਰ ਕਰ ਰਹੇ ਹੋ। ਉਹਨਾਂ ਆਖਿਆ ਜੀ ਲਾਈ ਹੈ, ਮੁਕਰੇ ਨਹੀਂ। ਕਹਿਣ ਲੱਗੇ ਪਰ ਇੱਕ ਗੱਲ ਤੁਹਾਨੂੰ ਥੋੜਾ ਜਿਹਾ ਭੁਲੇਖਾ ਲੱਗ ਗਿਆ, ਉਹ ਫੈਕਟਰੀ ਲਾਈ ਗੁਰੂ ਗੋਬਿੰਦ ਸਿੰਘ ਜੀ ਨੇ, ਅਸੀਂ ਚਲਾ ਅਸੀਂ ਰਹੇ ਹਾਂ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਜੀ ਅਸੀਂ ਸਮਝੇ ਨਹੀਂ। ਕਹਿਣ ਲੱਗੇ ਉਸ ਫੈਕਟਰੀ ਦਾ ਆਗਾਜ਼ 30 ਮਾਰਚ 1699 ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਸੀ। ਹਿੰਦੁਸਤਾਨ ਵਾਸਤੇ ਤੇ ਜ਼ਾਲਮਾਂ ਦੇ ਵਾਸਤੇ ਜਿਹੜੇ ਸਿੰਘ ਨੇ ਅੰਮ੍ਰਿਤ ਛਕਿਆ ਹੈ ਨਾ, ਉਹ ਹੈਡ ਗ੍ਰਨੇਡ ਦਾ, ਉਹ ਬੰਬ ਦਾ ਹੀ ਕੰਮ ਕਰਦਾ ਹੈ। ਉਹ ਹਰ ਇੱਕ ਅੰਮ੍ਰਿਤਧਾਰੀ ਸਿੰਘ ਨੂੰ ਅੱਜ ਤੱਕ ਜ਼ਾਲਮ ਸਰਕਾਰ ਬੰਬ ਸਮਝਦੀ ਰਹੀ ਹੈ। ਤੇ ਸਾਡੇ ਬਾਪੂ ਨੇ ਸਿੰਘ ਸਜਾਏ ਸੀ, ਅਸੀਂ ਵੀ ਸਿੰਘ ਸਜਾ ਰਹੇ ਹਾਂ, ਅੰਮ੍ਰਿਤ ਸੰਚਾਰ ਕਰਾ ਰਹੇ ਹਾਂ। ਤੁਹਾਨੂੰ ਪਤਾ ਹੋਵੇਗਾ ਸੰਤ ਬਾਬਾ ਜਰਨੈਲ ਸਿੰਘ ਜੀ ਡੇਲੀ ਐਵਰੀਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਨਕ ਨਿਵਾਸ ਤੇ ਉਹ ਰਹਿੰਦੇ ਸਨ। ਤੇ ਆਪਾਂ ਨੂੰ ਪਤਾ ਹੈ ਉਹ ਜਦੋਂ ਨਾਨਕ ਨਿਵਾਸ ਤੋਂ ਮੰਜੀ ਸਾਹਿਬ ਦਰਬਾਰ ਹਾਰ ਦੇ ਵਿੱਚ ਆਉਂਦੇ ਸਨ, ਕਈ ਵਾਰੀ ਹਫ਼ਤੇ ਬਾਅਦ ਅੰਮ੍ਰਿਤ ਸੰਚਾਰ ਕਰਾਉਂਦੇ ਸਨ। ਇੱਕ ਨਹੀਂ, ਦੋ ਨਹੀਂ, ਹਜ਼ਾਰਾਂ ਹੀ ਲੋਕ, ਬਜ਼ੁਰਗ, ਮਾਈਆਂ, ਭੈਣਾਂ, ਗੱਭਰੂ ਅੰਮ੍ਰਿਤ ਛਕਣ ਵਾਸਤੇ ਕਿਊ ਦੇ ਵਿੱਚ ਲੱਗੇ ਹੁੰਦੇ ਸੀ, ਲੈਣਾ ਲੱਗੀਆਂ ਹੋਈਆਂ ਸਨ। ਅੱਜ ਕੋਈ ਦੀਨਾ ਬਾਬਾ ਇਹੋ ਜਿਹਾ ਪੰਜਾਬ 'ਚ ਜਿਹੜਾ ਇੰਨੀ ਤਾਦਾਦ ਦੇ ਵਿੱਚ ਅੰਮ੍ਰਿਤ ਛਕਾਉਂਦਾ ਹੋਵੇ? ਅੱਜ ਹਰ ਇੱਕ ਕੋਈ ਬੰਦਾ ਆਪਣਾ ਡੇਰਾ ਜਿਹੜਾ ਹੈ ਉਹਨੂੰ ਪ੍ਰਫੁੱਲਤ ਕਰ ਰਿਹਾ ਹੈ। ਕੋਈ ਕੰਨਾਂ 'ਚ ਫੂਕਾਂ ਦੇ ਰਿਹਾ, ਨਾਮ ਦੇ ਰਿਹਾ, ਕੰਨਾਂ ਮੰਨਾ ਕੁਰਲ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰਲ। ਕੋਈ ਬਾਬਾ ਆਪਣਾ ਹੀ ਪ੍ਰਚਾਰ ਕਰੀ ਜਾਂਦਾ ਹੈ, ਆਪਣਾ ਇਤਿਹਾਸ ਬਣਾਈ ਜਾਂਦਾ ਹੈ। ਸਤਿਗੁਰੂ ਕਿਰਪਾ ਕਰੇ, ਪਰ ਗੁਰੂ ਦੀ ਗੱਲ ਅੱਜ ਤੱਕ ਬਾਬਾ ਜਰਨੈਲ ਸਿੰਘ ਨੇ ਜਿੰਨੀ ਚੜ੍ਹਦੀ ਕਲਾ ਦੇ ਨਾਲ ਸਿੰਘ ਸਜਾਏ ਨੇ, ਅੱਜ ਵੀ ਉਹਨਾਂ ਸਿੰਘਾਂ ਦੇ ਜੀਵਨ ਵੱਲ ਵੇਖ ਕੇ ਹੀ ਗੁਰੂ ਕੇ ਸਿੱਖ ਅੰਮ੍ਰਿਤ ਪਾਣ ਕਰਕੇ ਤਿਆਰ ਬਰਤਿਆਰ ਹੁੰਦੇ ਨੇ। ਬੜੀ ਵੱਡੀ ਦੇਣ ਹੈ। ਕਹਿਣ ਲੱਗੇ ਬਾਬਾ ਜੀ ਹੁਣ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਇਹਨਾਂ ਨੂੰ ਖਤਮ ਕਰਨ ਵਾਸਤੇ, ਤੁਹਾਡੀ ਲਹਿਰ ਨੂੰ ਖਤਮ ਕਰਨ ਵਾਸਤੇ ਸੈਂਟਰ ਨੇ ਕੀ ਕੀਤਾ ਹੈ ਵੀ ਕੁਝ ਗੁੰਡਿਆਂ ਨੂੰ ਸੰਤ ਬਣਾ ਦਿੱਤਾ ਹੈ। ਚੋਰਾਂ ਨੇ ਗੱਲ ਪਾ ਲਿਆ ਸਾਧਾਂ ਦਾ ਬਾਣਾ, ਤੇ ਕੁਝ ਗੁੰਡੇ ਲੋਕ ਸੰਤ ਬਣ ਕੇ ਪੰਜਾਬ ਦੇ ਵਿੱਚ ਆ ਗਏ ਨੇ ਤੇ ਉਹਨਾਂ ਨੇ ਆਣ ਕੇ ਆਪਣੀਆਂ ਗੱਦੀਆਂ ਲਾ ਲਈਆਂ ਨੇ ਤੇ ਲੋਕ ਉਹਨਾਂ ਨੂੰ ਬਹੁਤ ਮੰਨਣ ਲੱਗ ਪਏ ਨੇ। ਲੋਕ ਭੋਲੇ ਭਾਲੇ। ਤੇ ਉਸ ਗੁੰਡੇ ਨੇ ਕੀ ਕੀਤਾ, ਉਹਦਾ ਨਾਮ ਸੀ ਗੁਰਬਚਨ ਸਿੰਘ। ਮੈਨੂੰ ਸਿੰਘ ਤੇ ਕਹਿਣ ਲੱਗਿਆ ਕਈ ਵਾਰੀ ਹੋਰ ਤਰੀਕੇ ਨਾਲ ਆਪਾਂ ਫੀਲ ਕਰਦੇ ਆ। ਅਸਲ ਦੇ ਵਿੱਚ ਉਹ ਨਰਕਧਾਰੀ ਗੁਰਬਚਨਾ, ਨਰਕਧਾਰੀ ਜਿਹੜਾ ਹੈ ਨਰਕਧਾਰੀ, ਉਹਨੇ ਆਪਣੀ ਗੱਦੀ ਲਾ ਲਈ ਤੇ ਆਪਣੇ ਆਪ ਨੂੰ ਗੁਰੂ ਕਹਿਣ ਲੱਗ ਪਿਆ। ਉਹਦੀ ਘਰਵਾਲੀ ਦਾ ਨਾਮ ਸੀ ਬੀਬੀ ਕੰਤੋ। ਇੱਕ ਚੇਰ ਉਹ ਵੀ ਲਾਗੇ ਆਣ ਕੇ ਡਾਹ ਲਿਆ ਕਰੇ। ਉਹ ਆਖਿਆ ਕਰੇ ਜੇ ਤੁਹਾਡੇ ਗੁਰੂ ਨੇ ਤੇ ਮੈਂ ਤੁਹਾਡੀ ਗੁਰੂ ਮਾਂ। ਮਹਾਰਾਜ ਸਿੱਖਾਂ ਨੇ ਆਖਿਆ ਮਨ ਸਾਨੂੰ, ਤੇ ਮਹਾਰਾਜ ਨੇ ਆਖਿਆ ਸੀ ਮਾਤਾ ਸਾਹਿਬ ਦੇਵਾਂ ਜੀ ਲੜ ਲਾ ਕੇ ਗਏ। ਗੁਰੂ ਗੋਬਿੰਦ ਸਿੰਘ ਦੇ ਪੁੱਤਰ ਧੀਆਂ ਸੀ। ਅਸਲ ਦੇ ਵਿੱਚ ਉਦੋਂ ਅੱਤ ਹੋ ਗਈ, ਉਦੋਂ ਐਂਡ ਹੋ ਗਿਆ। ਉਹਦੇ ਜ਼ੁਲਮ ਦਾ, ਉਹਦੇ ਪਾਪ ਦਾ ਭਾਂਡਾ ਭਰ ਗਿਆ ਜਦੋਂ ਉਸ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਸੀ ਉਹਨੂੰ ਨੀਵੀਂ ਜਗ੍ਹਾ ਤੇ ਪ੍ਰਕਾਸ਼ ਕੀਤਾ। ਆਪ ਇੱਕ ਵੱਡਾ ਸਾਰਾ ਸਿੰਘਾਸਨ ਲਾਇਆ, ਉੱਤੇ 2 ਚੇਅਰਾਂ ਲਾਈਆਂ। ਇੱਕ ਤੇ ਪਾਪੀ ਆਪ ਬਹਿ ਗਿਆ ਤੇ ਇੱਕ ਤੇ ਉਹਦੇ ਘਰ ਵਾਲੀ ਬਹਿ ਗਈ। ਜਦੋਂ ਬੋਲਣ ਲੱਗ ਪਿਆ ਨਾ, ਉਹਦੇ ਸਾਹਮਣੇ ਮਾਈਕ ਪਿਆ ਸੀ, ਹਜ਼ਾਰਾਂ ਲੋਕ ਉਹਨੂੰ ਸੁਣ ਰਹੇ ਸਨ। ਕਹਿਣ ਲੱਗਾ ਸਿੱਖੋ, ਕਹਿਣ ਲੱਗਿਆ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਦਿਲ ਫਟਦਾ। ਕਹਿਣ ਲੱਗਾ ਜਿਹਨੂੰ ਤੁਸੀਂ ਮੱਥਾ ਟੇਕਦੇ ਹੋ ਇਹ ਗੁਰੂ ਨਹੀਂ, ਇਹ ਕਿਤਾਬ ਹੈ। ਉਹਨੇ ਆਖਿਆ ਕਿਤਾਬ ਹੈ। ਗੁਰੂ ਤੇ ਮੈਂ ਹਾਂ, ਗੁਰੂ ਬੰਦਾ ਹੀ ਹੋ ਸਕਦਾ ਤੇ ਗੁਰੂ ਤੇ ਆ ਤੁਹਾਡੀ ਗੁਰੂ ਮਾਤਾ ਹੈ। ਇਸ ਕਰਕੇ ਅੱਜ ਤੋਂ ਬਰੰਤ ਮੈਨੂੰ ਗੁਰੂ ਮੰਨਿਆ ਕਰੋ। ਤੇ ਬਾਬਾ ਜਰਨੈਲ ਸਿੰਘ ਜੀ ਜਿਹੜਾ ਕੋਈ ਵੀ ਕਿਸੇ ਸਿੱਖ ਧੀ ਭੈਣ ਦੀ, ਕਿਸੇ ਹਿੰਦੂ ਧੀ ਭੈਣ ਦੀ ਇੱਜ਼ਤ ਵੱਲ ਹੱਥ ਚੁੱਕਦਾ ਸੀ, ਹੁਕਮ ਕਰਦੇ ਸੀ ਤੇ ਸੋਢੀ ਹੋਣੀ ਉਸੇ ਵੇਲੇ ਝਟਕਾ ਕਰ ਆਉਂਦੇ ਸੀ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਤੇ ਹੁਣ ਗੱਲ ਆ ਗਈ ਗੁਰੂ ਦੀ। ਗੁਰ ਕੀ ਨਿੰਦਾ ਸੁਣੇ ਨਾ ਕਾਨ। ਗੁਰੂ ਦਾ ਪੂਰਨ ਸਿੱਖ ਆਪਣੇ ਗੁਰੂ ਦੀ ਨਰਾਦਰੀ ਸਰਵਣ ਨਹੀਂ ਕਰ ਸਕਦਾ।
ਇਹ ਸਾਰਾ ਜਿਹੜਾ ਵਾਕਿਆ ਸੀ ਜਾ ਕੇ ਬਾਬਾ ਜਰਨੈਲ ਸਿੰਘ ਜੀ ਨੂੰ ਦੱਸਿਆ ਗਿਆ। ਬਾਬਾ ਜੀ ਨੇ ਆਖਿਆ ਉਹਨੂੰ ਸਮਝਾਇਆ ਜਾਵੇ ਕਿ ਤੂੰ ਆਪਣੀ ਗੱਦੀ ਚਲਾ, ਅਸੀਂ ਤੈਨੂੰ ਕੁਝ ਨਹੀਂ ਕਹਿੰਦੇ। ਜਿਵੇਂ ਰਾਧਾ ਸੁਆਮੀ ਚਲਾ ਰਹੇ ਨੇ, ਉਹ ਕਹਿੰਦਾ ਹੈ ਜੈਮਲ ਸਿੰਘ ਵੀ ਮੈਂ 13ਵਾਂ ਗੁਰੂ ਆ, ਅਸੀਂ ਉਹਨੂੰ ਕੁਝ ਨਹੀਂ ਕਿਹਾ, ਅਸੀਂ ਉਹਨੂੰ ਇਹੋ ਹੀ ਕਿਹਾ ਹੈ ਵੀ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਤੇ ਮੱਖਣ ਸ਼ਾਹ ਦਾ ਮੋਢਾ ਲਾ ਕੇ ਬੇੜਾ ਪਾਰ ਕਰਤਾ ਸੀ। ਤੂੰ ਖੰਡ ਵਾਲੀ ਬੋਰੀ ਚੁੱਕ ਕੇ ਆ ਬਿਆਸ ਵਾਲੀ ਨਹਿਰ ਜੀ ਪਾਰ ਕਰਕੇ ਵਿਖਾ ਦੇ, ਤੈਨੂੰ ਗੁਰੂ ਮੰਨ ਲਾਂਗੇ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਇਹੋ ਹੀ ਬਚਨ ਕਰਦੇ ਆ। ਚਲੋ ਗੁਰੂ ਤੇ ਅਟੈਕ ਨਹੀਂ ਕਰਦਾ ਤੇ ਪਰ ਇਹਨੇ ਗੁਰੂ ਤੇ ਅਟੈਕ ਕੀਤਾ ਹੈ। ਅਸੀਂ ਇਹਨੂੰ ਕਹਿੰਦੇ ਆ ਕਿ ਤੂੰ ਸਾਡੇ ਗੁਰੂ ਦੀ ਬਾਬਤ ਭੱਦੀ ਸ਼ਬਦਾਵਲੀ ਨਾ ਵਰਤ, ਇਹਨੂੰ ਸਮਝਾਇਆ ਜਾਵੇ। ਵਿਸਾਖੀ ਵਾਲਾ ਦਿਨ ਹੈ ਜੀ, 1978 ਦੀ ਵਿਸਾਖੀ ਹੈ। ਅਖੰਡ ਕੀਰਤਨੀ ਜਥੇ ਦੇ ਬਹੁਤ ਹੀ ਪਿਆਰੇ ਸਿੱਖ ਭਾਈ ਸਾਹਿਬ, ਭਾਈ ਬਾਬਾ ਫੌਜਾ ਸਿੰਘ ਜੀ, ਭਾਈ ਪ੍ਰੀਤਮ ਸਿੰਘ ਜੀ, ਭਾਈ ਪਿਆਰਾ ਸਿੰਘ ਜੀ, ਭਾਈ ਰਣਜੋਤ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਇੱਕ ਭਾਈ ਰਣਜੀਤ ਸਿੰਘ ਸੋਧਾ ਲਾਉਣ ਵਾਲੇ, ਇੱਕ ਇਹਨਾਂ ਦੇ ਵਿੱਚ ਭਾਈ ਰਣਜੀਤ ਸਿੰਘ ਸੀ, ਭਾਈ ਇੰਦਰ ਸਿੰਘ ਜੀ, ਇਹ ਬੇਅੰਤ ਸਿੰਘ, 13 ਸਿੰਘ ਇਕੱਠੇ ਹੋ ਕੇ ਬਾਬਾ ਫੌਜਾ ਸਿੰਘ ਅਖੰਡ ਕੀਰਤਨੀ ਜਥੇ ਦੇ ਜਥੇਦਾਰ, ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਨਾਮ ਬਾਣੀ ਵਾਲੇ ਸਿੰਘ, ਜਿਵੇਂ ਆਮ ਆਪਣੀਆਂ ਬੰਦਗੀ ਵਾਲੀਆਂ ਰੂਹਾਂ ਨੇ ਨਾ ਜੀ, ਇੱਥੇ ਕਈ ਵਾਰੀ ਸਿੰਘਾਂ ਵੱਲ ਵੇਖ ਕੇ ਆਪਣੇ ਮੁਖ ਚੋਂ ਨਿਕਲਦਾ ਵਾਹਿਗੁਰੂ, ਵੀ ਸਿੰਘ ਦਾ ਬਾਣਾ ਪਾਇਆ ਹੋਇਆ ਤਿਆਰ ਬਰ ਤਿਆਰ ਹੈ। ਜਿਹਨੂੰ ਵੇਖ ਕੇ ਤੁਹਾਡੀ ਰਸਨਾ ਤੋਂ ਵਾਹਿਗੁਰੂ ਚੇਤੇ ਆਵੇ ਨਾ, ਸਮਝਿਆ ਕਰੋ ਵੀ ਗੁਰੂ ਦੀ ਕਿਰਪਾ ਹੈ, ਵੱਡੀ ਕਿਰਪਾ ਹੈ। ਮਹਾਰਾਜ ਸਾਹਿਬ ਨੂੰ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਸਤਿਗੁਰੂ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਬੋਲੋ ਜੀ ਵਾਹਿਗੁਰੂ। ਸਾਡੀ ਅਰਦਾਸ ਦੇ ਸ਼ਬਦ ਨੇ। ਉਹ 13 ਦੇ 13 ਹੀ ਸਿੰਘ ਐਸੇ ਸਨ ਜਿਨ੍ਹਾਂ ਦੇ ਦਰਸ਼ਨ ਕਰਕੇ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਚੇਤੇ ਆਉਂਦਾ ਸੀ। ਉਹਨਾਂ ਦੇ ਲਾਗੇ ਬਹਿ ਜਾਈਏ ਤੇ ਆਪਣੇ ਆਪ ਹੀ ਸਿਮਰਨ ਚੱਲ ਪੈਂਦਾ ਸੀ। ਏਡੀ ਵੱਡੀ ਅਵਸਥਾ ਸੀ, ਗੁਰਮੁਖ ਰੋਮ ਰੋਮ ਹਰ ਧਿਆਵੇ, ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਸੀ। ਉਹ ਸਿੰਘ ਗਏ ਨੇ ਇਹਨੂੰ ਸਮਝਾਉਣ ਵਾਸਤੇ ਤੇ ਇਹਨੇ ਪ੍ਰਬੰਧ ਕੀਤਾ ਹੋਇਆ ਹੈ ਗੋਲੀਆਂ। ਇਹਦਾ ਨਾਮ ਵੀ ਗੁਰਬਚਨ ਸਿੰਘ ਸੀ, ਗੁਰਬਚਨਾਂ ਨਿਰੰਕਾਰੀ ਸੀ, ਜਿਹੜਾ ਉਸ ਵੇਲੇ ਅੰਮ੍ਰਿਤਸਰ ਸਾਹਿਬ ਦਾ ਡੀਸੀ ਸੀ, ਵਾਹਿਗੁਰੂ ਇੰਚਾਰਜ ਸੀ, ਉਹ ਵੀ ਗੁਰਬਚਨਾਂ ਸੀ, ਉਹ ਵੀ ਗੁਰਬਚਨਾਂ ਇਹਦਾ ਚੇਲਾ ਸੀ, ਜਿਹੜੇ ਇਹਨੂੰ ਪ੍ਰਫੁੱਲਤ ਕਰ ਰਹੇ ਸਨ। ਸੈਂਟਰ ਦਾ ਬੰਦਾ ਸੀ, ਸੈਂਟਰ ਚੋਂ ਤਾਕਤ ਲੈ ਕੇ ਆਇਆ ਸੀ। ਪੂਰੇ ਦੀ ਪੂਰੀ ਸਰਕਾਰ ਇਹਦੇ ਨਾਲ ਹੈ, ਬੰਦੂਕਾਂ ਲੈ ਕੇ ਇਹਦੇ ਗੁੰਡੇ ਖਲੋਤੇ ਹੋਏ ਨੇ, ਤਲਵਾਰਾਂ ਲੈ ਕੇ, ਰੋੜੇ ਲੈ ਕੇ, ਨੇਜੇ ਲੈ ਕੇ। ਉਹਨਾਂ ਨੂੰ ਪਤਾ ਹੈ ਕਿ ਅੱਜ ਸਾਡੇ ਨਾਲ ਜਿਹੜੀ ਮੀਟਿੰਗ ਕਰਨ ਵਾਸਤੇ ਭਿੰਡਰਾਂ ਵਾਲੇ ਦੇ 13 ਚੇਲਿਆਂ ਨੇ ਆਉਣਾ ਹੈ। 13 ਸਿੰਘ ਪਹੁੰਚੇ ਤੇ ਜਦੋਂ ਬਿਲਕੁਲ ਇਹਦੇ ਡੇਰੇ ਦੇ ਵਿੱਚ ਪਹੁੰਚ ਗਏ ਨਾ, ਬੀ ਬਲਾਕ ਤੇ ਜਿੱਥੇ ਇਹਦੇ ਨਾਲ ਮੀਟਿੰਗ ਸੀ, ਇਹਨਾਂ ਨੇ ਫਿਰ ਗੋਲੀਆਂ ਚਲਾ ਕੇ ਸਿੰਘਾਂ ਨੂੰ ਮਾਰ-ਮਾਰ ਕੇ, ਤਲਵਾਰਾਂ ਨੇਜੇ, ਸਿੱਖਾਂ ਨੇ ਕੁਝ ਨਹੀਂ ਕਿਹਾ। ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ, ਸਿੰਘ ਪਾਣੀ ਪੜੀ ਗਏ, ਸਿਮਰਨ ਕਰੀ ਗਏ। ਇਹਨਾਂ ਨੇ ਮਾਰ-ਮਾਰ ਕੇ ਤਲਵਾਰਾਂ, ਨੇਜੇ, ਗੋਲੀਆਂ ਸਿੱਖਾਂ ਦੇ ਸਰੀਰ ਵਿੰਨ ਕੇ ਰੱਖਤੇ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। 13 ਦੇ 13 ਹੀ ਸਿੰਘ ਸ਼ਹੀਦ ਕਰ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ, ਜਦੋਂ ਕਿਤੇ ਵਿਚਾਰ ਦੇ ਨਾਲ ਕੋਈ ਨਾ ਮੰਨੇ, ਜਦੋਂ ਗੱਲ ਸਾਰੇ ਹਿੱਲਿਆਂ ਤੋਂ ਲੰਘ ਜਾਵੇ ਤੇ ਫਿਰ ਸਾਡੇ ਕੋਲ ਇੱਕੋ ਹੱਲ ਰਹਿ ਜਾਂਦਾ ਹੈ, ਚੂ ਕਰ ਅੱਜ ਹਮਾਹੀਲ ਤੇ ਦਰ ਗੁਜਸ ਹਲਾਲ ਅਸਤ ਬੁਰਦਮ ਬਾ ਸ਼ਮਸ਼ੀਰ ਦਸਤ। ਫਿਰ ਕੇਵਲ ਤੇ ਕੇਵਲ ਤਲਵਾਰ ਨੂੰ ਹੱਥ ਪਾਉਣਾ ਜਾਇਜ਼ ਹੈ। ਮਹਾਰਾਜ ਸਾਹਿਬ ਜੀ ਦਾ ਬਚਨ ਹੈ। ਬਾਬਾ ਜਰਨੈਲ ਸਿੰਘ ਜੀ ਨੇ ਇਹਨਾਂ ਤਿੰਨਾਂ ਸਿੰਘਾਂ ਦੇ, ਵੈਸੇ ਇਹਨਾਂ 13 ਸਿੰਘਾਂ ਦੇ ਸੰਸਕਾਰ ਆਪ ਇਹਨਾਂ ਦੀਆਂ ਚਿਖਾ ਚੁਣੀਆਂ। ਸਿੱਖ ਰੋ ਰਹੇ ਸਨ, ਸੰਗਤਾਂ ਰੋ ਰਹੀਆਂ ਸਨ। ਕੱਲੇ ਕੱਲੇ ਸਿੱਖ ਦੇ ਕੋਲ ਆਣ ਕੇ ਬਾਬਾ ਜੀ ਨੇ ਆਪ ਇਹਨਾਂ ਦੇ ਜਿਹੜੇ ਚੰਡੇ ਸਨ, ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਬਾਲੇ ਤੇ ਚੰਡੇ ਬਾਲਣ ਤੋਂ ਉਪਰੰਤ ਬਾਬਾ ਜਰਨੈਲ ਸਿੰਘ ਜੀ ਚੌਕੜਾ ਮਾਰ ਕੇ ਬਹਿ ਗਏ। ਨਾਲ ਕੁਝ ਸਿੱਖ ਬੈਠੇ ਹੋਏ ਨੇ ਬੰਦਗੀ ਵਾਲੇ। ਇਹਨਾਂ ਰੋਏ ਸੰਗਤਾਂ ਦੇ ਵਿੱਚ ਬਾਬਾ ਜੀ ਨੇ ਆਖਿਆ, ਕਹਿਣ ਲੱਗੇ, ਸਿੰਘੋ ਹੁਣ ਮੈਂ ਹੋਰ ਕਿਸੇ ਸਰਕਾਰ ਨੂੰ ਕੁਝ ਨਹੀਂ ਕਹਿਣਾ, ਕਿਸੇ ਮੰਤਰੀ ਨੂੰ ਕੁਝ ਨਹੀਂ ਕਹਿਣਾ। ਮੈਂ ਬੇਨਤੀ ਕਰਦਾ, ਜਿਹੜਾ ਵੀ ਗੁਰੂ ਕਾ ਸਿੱਖ ਇਸ ਪਾਪੀ ਗੁਰਬਚਨੇ ਨਿਰੰਕਾਰੀ ਦਾ ਸੋਧਾ ਲਾ ਕੇ ਸਾਡੇ ਕੋਲ ਆਊਗਾ, ਉਹਦਾ ਮੁੱਲ ਕਿਵੇਂ ਪਾਵਾਂਗੇ। ਕੀ ਆਖਿਆ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੇ? ਤਵੱਜੋ ਦੇਣਾ, ਸਰਵਣ ਕਰੋ ਜੀ।
ਉਸ ਵੇਲੇ ਚੜ੍ਹਦੀ ਜਵਾਨੀ ਦੇ ਵਿੱਚ ਸੀ ਭਾਈ ਰਣਜੀਤ ਸਿੰਘ ਤੇ ਭਾਈ ਕਾਬਲ ਸਿੰਘ, ਤਿਆਰ ਬਰਤਿਆਰ ਸਿੰਘ, ਨਿਤਨੇਮੀ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਜਿਮ ਜੋ ਰੋਜ਼ ਜਾਂਦੇ ਸਨ। ਉਹਨਾਂ ਨੇ ਰੋਜ਼ ਆਪਣੀ ਵਰਜਿਸ਼ ਕਰਨੀ, ਖੁਰਾਕ ਚੰਗੀ, ਚੜ੍ਹਦੀ ਜਵਾਨੀ। ਹੁਣ ਦੋਵੇਂ ਸੂਰਮੇ ਵੇਖੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਇਹ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਹੋਈ ਜਦੋਂ ਸਾਡੀ ਕੌਮ ਦੇ ਉੱਤੇ ਵਿਪਤਾ ਬਣੀ ਤੇ ਸਾਡੀ ਕੌਮ ਦੇ ਵਿੱਚੋਂ ਦੋ ਜੋੜੀਆਂ ਬਣ ਕੇ ਸ਼ਹਾਦਤਾਂ ਹੋਈਆਂ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਸ਼ੁਰੂਆਤ ਹੋਈ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ। ਉਹਨਾਂ ਤੋਂ ਉਪਰੰਤ ਸਮਾਂ ਆਪਣੀ ਚਾਲੇ ਚੱਲਦਾ ਗਿਆ। ਜੇ ਕਿਤੇ ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਬੈਠਾ ਸਰਦਾਰ ਸੁਖਾ ਸਿੰਘ ਤੇ ਮਤਾਬ ਸਿੰਘ ਮਾੜੀ ਕੰਬੋਕੀ ਵਾਲਾ, ਸਮਾਂ ਆਪਣੀ ਚਾਲੇ ਚੱਲਦਾ ਗਿਆ। ਗੁਰੂ ਕੇ ਸੂਰਮੇ ਸਰਦਾਰ ਸਤਵੰਤ ਸਿੰਘ, ਸਰਦਾਰ ਬੇਅੰਤ ਸਿੰਘ, ਵੀਰ ਹਰਜਿੰਦਰ ਸਿੰਘ ਜਿੰਦਾ, ਵੀਰ ਸੁਖਦੇਵ ਸਿੰਘ ਸੁਖਾ। ਅੱਜ ਕੌਮ ਨੂੰ ਲੋੜ ਪਈ ਤੇ ਸਰਦਾਰ ਕਾਬਲ ਸਿੰਘ ਤੇ ਰਣਜੀਤ ਸਿੰਘ ਦੋਵੇਂ ਆ ਗਏ। ਚੱਲਦੇ ਚੱਲਦੇ ਦਿੱਲੀ ਪਹੁੰਚ ਗਏ। ਕਹਿਣ ਲੱਗੇ ਅਸੀਂ ਇਹਨੂੰ ਸਮਝਾਉਣ ਵਾਸਤੇ ਪਹਿਲਾਂ 13 ਗਏ ਸੀ, ਹੁਣ 2 ਹੀ ਜਾਵਾਂਗੇ। ਦੋਵੇਂ ਸਿੰਘ ਗਏ। ਦਿੱਲੀ ਦੇ ਵਿੱਚ ਲੱਖਾਂ ਦਾ ਇਕੱਠ ਹੈ, ਲੱਖਾਂ ਦਾ ਇਕੱਠ। ਮੈਂ ਇੱਕ ਬਚਨ ਕਹਿ ਕੇ ਮਸਕੀਨ ਜੀ ਦਾ ਤੁਹਾਡੇ ਪਾਸੋਂ ਖਿਮਾ ਦਾ ਜਾਚਕ ਹੋ ਜਾਣਾ ਜੀ। ਸੰਤ ਸਿੰਘ ਜੀ ਮਸਕੀਨ ਬੰਗਲਾ ਸਾਹਿਬ ਕਥਾ ਕਰਨ ਤੇ ਕਥਾ ਕਰਦਿਆਂ ਨਰਕਧਾਰੀ ਦੇ ਚੇਲੇ, ਨਿਰੰਕਾਰੀ ਦੇ ਚੇਲੇ ਆ ਗਏ। ਕਹਿਣ ਲੱਗੇ ਗਿਆਨੀ ਜੀ ਤੁਹਾਡੀ ਕਥਾ ਅਸੀਂ ਸਰਵਣ ਕੀਤੀ ਹੈ ਟੀਵੀ ਤੇ, ਤੁਸੀਂ ਸਾਡੇ ਗੁਰੂਆਂ ਦੇ ਖਿਲਾਫ ਨਾ ਬੋਲਿਆ ਕਰੋ। ਕਹਿਣ ਲੱਗੇ ਸਾਨੂੰ ਤੁਹਾਡੇ ਗੁਰੂਆਂ ਨਾਲ ਕੋਈ ਮਤਲਬ ਨਹੀਂ, ਅਸੀਂ ਤੇ ਸਾਡੇ ਗੁਰੂ ਦਾ ਜਿਹੜਾ ਹੁਕਮ ਆ ਨਾ ਉਹ ਬਚਾਉਣੇ, ਆਪਣੇ ਗੁਰੂ ਦਾ ਪ੍ਰਚਾਰ ਕਰਦੇ, ਤੁਸੀਂ ਆਪਣੇ ਗੁਰੂ ਦਾ ਕਰੀ ਜਾਓ। ਕਹਿਣ ਲੱਗੇ ਗਿਆਨੀ ਜੀ ਫਿਰ ਕੱਲ ਨੂੰ ਤੁਸੀਂ ਟੈਲੀ ਜ਼ਰੂਰ ਵੇਖਿਓ। ਸੰਤ ਸਿੰਘ ਜੀ ਮਸਕੀਨ ਕਹਿੰਦੇ ਕੱਲ ਨੂੰ ਕੀ ਹੈ? ਕਹਿਣ ਲੱਗੇ ਸਾਡੇ ਗੁਰੂ ਨੂੰ ਕੱਲ ਨੂੰ ਨੋਟਾਂ ਦੇ ਨਾਲ ਤੋਲਿਆ ਜਾਣਾ, ਸਾਡੇ ਗੁਰੂ ਨੂੰ ਕੱਲ ਨੂੰ ਨੋਟਾਂ ਦੇ ਨਾਲ ਤੋਲਿਆ ਜਾਵੇਗਾ। ਕਹਿਣ ਲੱਗੇ ਜੀ ਅੱਛਾ। ਅਗਲਾ ਦਿਨ ਹੋਇਆ ਤੇ ਨਿਰੰਕਾਰੀ ਨੂੰ ਨੋਟਾਂ ਦੇ ਨਾਲ ਤੋਲਿਆ ਗਿਆ। ਫਿਰ ਅਗਲੇ ਦਿਨ ਮਸਕੀਨ ਜੀ ਦੇ ਕੋਲ ਆ ਗਏ। ਕਹਿਣ ਲੱਗੇ ਗਿਆਨੀ ਜੀ ਵੇਖਿਆ ਲੱਖਾਂ ਹੀ ਲੋਕ ਸਾਡੇ ਗੁਰੂ ਦੀ ਦੀਦ ਨੂੰ ਤਰਸਦੇ ਨੇ। ਸਾਡੇ ਗੁਰੂ ਦੀ ਗੱਡੀ ਲੰਘ ਜਾਵੇ ਤੇ ਲੋਕ ਅੱਧਾ ਘੰਟਾ ਸੜਕ ਤੇ ਹੀ ਆਪਣਾ ਨੱਕ ਰਗੜੀ ਜਾਂਦੇ। ਸਤਿਗੁਰੂ ਕਿਰਪਾ ਕਰੇ, ਸਾਨੂੰ ਇਹੋ ਜਿਹੇ ਸਿੱਖ ਨਹੀਂ ਬਣਾਇਆ ਮਹਾਰਾਜ ਨੇ, ਅਸੀਂ ਸ਼ਬਦ ਦੇ ਪੁਜਾਰੀ। ਕਹਿਣ ਲੱਗੇ ਦੇਖਿਆ, ਕਹਿਣ ਲੱਗੇ ਸੰਤ ਸਿੰਘ ਜੀ ਮਸਕੀਨ ਕਹਿਣ ਲੱਗੇ ਪਿਆਰਿਓ ਤੁਸੀਂ ਮੇਰੇ ਨਾਲ ਰੋਜ਼ ਵਿਚਾਰ ਕਰਨ ਵਾਸਤੇ ਆਉਂਦੇ ਹੋ, ਮੈਨੂੰ ਇੱਕ ਗੱਲ ਜ਼ਰੂਰ ਦੱਸਿਓ। ਜਦੋਂ ਤੁਹਾਡੇ ਗੁਰੂ ਨੂੰ ਨੋਟਾਂ ਨਾਲ ਤੋਲਿਆ ਗਿਆ ਤੇ ਕਿੰਨੇ ਕੁ ਨੋਟ ਜਿਹੜੇ ਸਨ, ਇੱਕ ਬੰਨੇ ਤੁਹਾਡਾ ਗੁਰੂ ਬੈਠਾ, ਦੂਜੇ ਬੰਨੇ ਜਿਹੜੇ ਸਨ ਨੋਟ ਕਿੰਨੇ ਕੁ ਰੱਖੇ ਗਏ? ਕਹਿਣ ਲੱਗੇ ਜੀ ਨੋਟ ਤੁਹਾਨੂੰ ਪਤਾ ਕੁਝ 2-2 ਦੀਆਂ ਗੱਠੀਆਂ, ਉਦੋਂ 2 ਰੁਪਏ ਵੀ ਚੱਲਦੇ ਹੁੰਦੇ ਸੀ, ਮੇਰੀਆਂ ਮਾਵਾਂ ਭੈਣਾਂ ਬੈਠੀਆਂ ਨੇ। ਕਹਿਣ ਲੱਗੇ ਜੀ 10 ਲੱਖ ਤੋਂ ਕੁਝ ਉੱਪਰ ਸਨ। ਇੰਨੇ ਕੁ ਦੇ ਨਾਲ ਬਾਬਾ ਜੀ ਉੱਠ ਪਏ, ਗੁਰੂ ਜੀ ਜਿਹੜੇ ਸਨ ਉਹਨਾਂ ਦਾ ਸ਼ਾਬਾ ਉੱਠ ਪਿਆ ਸੀ, ਉਹਨਾਂ ਨੂੰ ਤੋਲਿਆ ਗਿਆ। ਕਹਿਣ ਲੱਗੇ ਪਿਆਰਿਓ ਮੇਰੀ ਗੱਲ ਸੁਣੋ, ਤੁਹਾਡੇ ਗੁਰੂ ਨੂੰ ਤੁਸੀਂ 10 ਲੱਖ ਦੇ ਨਾਲ ਤੋਲ ਕੇ ਕਹਿੰਦੇ ਹੋ ਕਿ ਮਾਇਆ ਦੇ ਨਾਲ ਤੋੜਦੇ ਹੋ। ਸਾਡਾ ਗੁਰੂ ਮਾਇਆ ਦੇ ਨਾਲ ਨਹੀਂ। ਮੇਰੇ ਗੁਰੂ ਦੇ ਚਰਨਾਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਚਲੇ ਜਾਇਓ, ਦਰਬਾਰ ਸਾਹਿਬ ਦੇ ਵਿੱਚ ਚਲੇ ਜਾਇਓ, ਇੱਥੇ ਤੇ ਲక్ష్ਮੀ ਤਰਲੇ ਕੱਢਦੀ ਹੈ ਕਿ ਮਹਾਰਾਜ ਮੈਨੂੰ ਆਪਣੇ ਚਰਨਾਂ ਦੇ ਵਿੱਚ ਆਗਿਆ ਦੇ ਦਿਓ। ਮੇਰੇ ਗੁਰੂ ਦੀ ਨਜ਼ਰਾਨਾ ਹੀ ਜਿਹੜਾ ਹੈ ਲੋਕ ਨਮਸਕਾਰ ਕਰਨ ਵਾਸਤੇ, ਲੋਕ ਕਰੋੜਾਂ ਦਾ ਜਿਹੜਾ ਹੈ ਰੋਜ਼ ਗੁਰੂ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਨੇ, ਨਮਸਕਾਰ ਹੁੰਦੇ ਨੇ। ਤੁਸੀਂ 10 ਲੱਖ ਦੇ ਨਾਲ ਹੀ ਆਪਣਾ ਬਾਬਾ ਲਈ ਫਿਰਦੇ ਹੋ। ਤੁਹਾਡੇ ਗੁਰੂ ਦਾ ਮੁੱਲ ਕੇਵਲ ਤੇ ਕੇਵਲ 10 ਲੱਖ ਜੇ ਨੋਟਾਂ ਦੀ ਗੱਲ ਕਰੋ ਤੇ 10 ਲੱਖ ਦੇ ਨਾਲ ਤੋਲਿਆ ਗਿਆ। ਪਰ ਮੇਰਾ ਗੁਰੂ ਜਿਹੜਾ ਹੈ, ਮੇਰੇ ਗੁਰੂ ਦੀ ਤੇ ਇੱਕ ਝਲਕ ਜਿਹੜੀ ਹੈ ਨਾ, ਅਸੀਂ ਉਹਦੀ ਦੀਦ ਤੋਂ ਆਪਣੀ ਜਾਨ ਕੁਰਬਾਨ ਕਰ ਦਿੰਦੇ ਆ। ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਬੰਦੇ ਨੂੰ, ਦੇਹ ਨੂੰ ਗੁਰੂ ਨਹੀਂ ਮੰਨਦੇ। ਉਹ ਗੁਰੂ ਬੈਠਾ ਸੀ। ਸਰਦਾਰ ਕਾਬਲ ਸਿੰਘ ਤੇ ਸਰਦਾਰ ਰਣਜੀਤ ਸਿੰਘ ਨੇ ਕਾੜ ਕਰਦੀਆਂ ਉਸ ਪਾਪੀ ਦੇ ਗੋਲੀਆਂ ਮਾਰੀਆਂ ਤੇ ਉਹਨੂੰ ਸਜ਼ਾ ਦੀ ਨੀਂਦ ਸਵਾਰਤਾ। ਸਰਦਾਰ ਕਾਬਲ ਸਿੰਘ ਜੀ ਆਪਾਂ ਨੂੰ ਪਤਾ ਸਨ ਸ਼ਹੀਦੀ ਜਾਨ ਪੀ ਗਏ। ਸਰਦਾਰ ਰਣਜੀਤ ਸਿੰਘ ਜੀ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਜਿਹੜੇ ਅੱਜ ਵੀ ਸਾਡੇ ਵਿੱਚ ਸੁਭਾਏਮਾਨ ਨੇ। ਇਸ ਕੌਮ ਵਾਸਤੇ ਤੇ ਉਸ ਨਕਲੀ ਗੁਰੂ ਨੂੰ ਗੱਡੀ ਚੜਾ ਕੇ ਆਪਣੀ ਜ਼ਿੰਦਗੀ ਦੇ 30 ਸਾਲ ਤਕਰੀਬਨ 28 ਸਾਲ ਜੇਲ੍ਹ ਦੇ ਵਿੱਚ ਬਿਤਾ ਕੇ ਆਏ ਨੇ। ਤੇ ਅੱਜ ਵੀ ਉਹਨਾਂ ਦੇ ਨਾਲ ਜਦੋਂ ਆਪਾਂ ਨੂੰ ਪਤਾ ਹੈ ਅੱਜ ਦੇ ਮਹਾਰਾਜੇ ਰਣਜੀਤ ਸਿੰਘ ਨੇ ਆ ਜਿਹੜਾ ਮੰਜਿਆ ਗਿਆ ਨਿਹੰਗਾਂ ਦੇ ਬਾਟੇ ਵਾਂਗੂ ਬਾਦਲ, ਇਹਨੇ ਉਹਨਾਂ ਦੇ ਗਨਮੈਨ ਖੋਲੇ, ਉਹਨਾਂ ਨੂੰ ਸਿੰਘ ਸਾਹਿਬ ਦੀ ਪਦਵੀ ਤੋਂ ਹਟਾਇਆ। ਪਰ ਉਹਨਾਂ ਨੂੰ ਗਨਮੈਨ ਦੀ ਲੋੜ ਨਹੀਂ। ਇੱਕ ਬੰਨੇ 315, ਇੱਕ ਸਾਈਡ ਦੇ ਉੱਤੇ ਉਹ 18 ਗੋਲੀਆਂ ਪੈਂਦੀਆਂ, ਜਿਹੜਾ ਉਹਨੇ ਸਪੈਸ਼ਲ ਇੱਕ ਮੌਜਰ ਰੱਖਿਆ ਹੋਇਆ ਹੈ ਰਾਮ ਜੰਗਾ। ਤੇ ਇੱਕ ਉਹ ਕਹਿੰਦੇ ਮੈਂ ਸ੍ਰੀ ਸਾਹਿਬ ਤੇ ਇੱਕ ਲੰਮੀ ਡਾਂਗ ਰੱਖਦਾ। ਆ ਤੁਸੀਂ ਇੰਟਰਵਿਊ ਸਰਵਣ ਕੀਤੀ ਹੋਊ। ਲੰਮੀ ਡਾਂਗ ਇਸ ਵਾਸਤੇ ਵੀ ਜੇ ਸ਼ਿਵ ਸੈਨਾ ਵਾਲਾ 2-250 ਆ ਜਾਏ ਨਾ, ਇਹਨਾਂ ਨੂੰ ਗੋਲੀ ਮਾਰਨ ਦੀ ਲੋੜ ਨਹੀਂ। ਇਹਨਾਂ 2-250 ਨੂੰ ਤੇ ਮੈਂ ਡਾਂਗ ਦੇ ਨਾਲ ਹੀ ਝਟਕਾ ਦੇਣਾ, ਇਹਨਾਂ ਨੂੰ ਸਿੱਧੇ ਕਰਕੇ ਤੋੜ ਦੇਣਾ। ਬਹੁਤ ਚੜ੍ਹਦੀ ਕਲਾ ਵਾਲੇ ਨੇ
ਜੇਲ੍ਹ ਦੇ ਵਿੱਚ ਵੀ ਐਕਸਰਸਾਈਜ਼ ਕਰਦੇ ਰਹੇ ਔਰ ਅੱਜ ਵੀ ਬੇਸ਼ੱਕ ਉਹਨਾਂ ਦੀ ਥੋੜੀ ਜਿਹੀ ਅਵਸਥਾ ਉਮਰ ਵਡੇਰੀ ਹੈ ਪਰ ਚੜ੍ਹਦੀ ਕਲਾ ਉਹਨਾਂ ਨੇ ਉਸ ਪਾਪੀ ਗੁਰਬਚਨੇ ਨਿਰੰਕਾਰੀ ਦਾ ਸੋਧਾ ਲਾਇਆ ਸੀ। ਐਸੀਆਂ ਰੂਹਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਸਤਿਗੁਰੂ ਕਿਰਪਾ ਕਰਨ ਜਿਹੜੀ ਜੋਤ ਬਾਬਾ ਜਰਨੈਲ ਸਿੰਘ ਜੀ ਜਗਾ ਗਏ ਨੇ ਉਹ ਇਹ ਨਹੀਂ ਵੀ ਪੰਜਾਬ ਦੇ ਵਿੱਚ ਅੱਜ ਇੰਗਲੈਂਡ ਦੇ ਵਿੱਚ ਵੀ ਪੂਰੇ ਵਰਲਡ ਦੇ ਵਿੱਚ ਜਗਦੀ ਏ ਤੇ ਬਾਬਾ ਜਰਨੈਲ ਸਿੰਘ ਦਾ ਨਾਮ ਸਦਾ ਹੀ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ। ਉਹਨਾਂ ਸਿੰਘਾਂ ਨੇ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ। ਅਖੰਡ ਕੀਰਤਨੀ ਜਥੇ ਦੇ ਸਿੰਘਾਂ ਦੀਆਂ ਭਾਈ ਅਨੋਖ ਸਿੰਘ ਦਾ ਇਤਿਹਾਸ ਪੜ੍ਹਦੇ ਆ ਉਹਨਾਂ ਦੇ ਸਰੀਰ ਦੀ ਖੱਲ ਉਤਾਰ ਦਿੱਤੀ ਗਈ। ਸਿਪਾਹੀ ਨੂੰ ਪੁੱਛਦੇ ਨੇ ਟਾਈਮ ਕੀ ਹੋਇਆ ਤੇ ਸਿਪਾਹੀ ਕਹਿੰਦਾ ਬਾਬਾ ਤੂੰ ਟਾਈਮ ਨੂੰ ਕੀ ਕਹਿਣਾ, ਤੇਰੇ ਸਰੀਰ ਦੇ ਉੱਤੇ ਕੱਪੜੇ ਤੇ ਕੀ ਤੇਰੀ ਜਿਹੜੀ ਸਕਿਨ ਵੀ ਉਤਾਰ ਦਿੱਤੀ ਗਈ, ਖੱਲ ਵੀ ਉਤਾਰ ਦਿੱਤੀ ਗਈ ਗਰਮ ਪਾਣੀ ਪਾ ਪਾ ਕੇ, ਤੇਰੀਆਂ ਤੇ ਦੋਵੇਂ ਅੱਖਾਂ ਵੀ ਕੱਢ ਕੇ ਸੁੱਟ ਦਿੱਤੀਆਂ ਨੇ ਸਾਡੇ ਸਾਹਿਬ ਨੇ, ਤੂੰ ਟਾਈਮ ਨੂੰ ਕੀ ਕਹਿਣਾ। ਕਹਿਣ ਲੱਗਾ ਤੂੰ ਮੈਨੂੰ ਦੱਸ ਟਾਈਮ ਕੀ ਹੋ ਗਿਆ ਏ। ਕਹਿਣ ਲੱਗਾ ਜੀ ਫਿਰ ਸ਼ਾਮ ਦੇ 5:45 ਦਾ ਟਾਈਮ ਹੈ। ਕਹਿੰਦਾ ਫਿਰ ਇੰਜ ਕਰੋ ਮੈਨੂੰ 15-20 ਮਿੰਟ ਦੇ ਦਿਓ, ਮੈਨੂੰ ਡਿਸਟਰਬ ਨਾ ਕਰਿਓ, ਰਹਿ ਰਾਸ ਸਾਹਿਬ ਦਾ ਸਮਾਂ ਹੋ ਗਿਆ, ਮੈਂ ਬਾਣੀ ਪੜ੍ਹਨਾ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਜਿੰਦਾਬਾਦ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਵੇਖੋ ਕਿੱਡੇ ਕਿੱਡੇ ਤਸੀਹੇ ਝੱਲੇ ਉਹਨਾਂ ਸਿੰਘਾਂ ਨੇ ਤੇ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਉਹਨਾਂ ਸਿੰਘਾਂ ਦੀ ਯਾਦ ਮਨਾਉਣੇ ਆ। ਉਹਨਾਂ ਸ਼ਹੀਦਾਂ ਸਿੰਘਾਂ ਦੀਆਂ ਰਹਿਮਤਾਂ ਵਰਤਣਗੀਆਂ। ਬੜੀਆਂ ਵੱਡੀਆਂ ਇਬਾਦਤਾਂ ਬੰਦਗੀ ਉਹਨਾਂ ਗੁਰੂ ਕੇ ਪਿਆਰਿਆਂ ਦੀ ਜੋ ਉਹਨਾਂ ਨੇ ਕਰ ਵਿਖਾਇਆ ਹੈ ਤੇ ਵੱਡੀ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਬੇਸ਼ੱਕ ਇਮਾਰਤ ਦੇ ਤੌਰ ਦੇ ਉੱਤੇ ਗੁਰਦੁਆਰਾ ਸਾਡਾ ਸਭ ਤੋਂ ਵੱਡਾ, ਕਿਉਂਕਿ ਗੁਰੂ ਬੜਾ ਵੱਡਾ ਸਾਡਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡਾ ਗੁਰੂ ਸਾਡਾ ਇੱਥੇ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 10 ਪਾਤਸ਼ਾਹੀਆਂ ਇੱਥੇ ਸੁਭਾਏਮਾਨ ਨੇ। 11ਵੇਂ ਜਾਗਤੀ ਜੋਤ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤ। ਅੱਜ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਦਰਸ਼ਨ ਦਿਦਾਰੇ ਕਰਦੇ ਹਾਂ। ਅੱਜ ਸਾਨੂੰ ਖੁਸ਼ੀ ਹੁੰਦੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਹਨਾਂ ਸ਼ਹੀਦਾਂ ਨੂੰ ਆਪਾਂ ਇਹਨਾਂ ਇਮਾਰਤਾਂ ਦੇ ਵਿੱਚ ਯਾਦ ਕਰ ਸਕਦੇ ਹਾਂ। ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਆ। ਸਤਿਗੁਰੂ ਕਿਰਪਾ ਕਰਨ ਸ਼ਹੀਦਾਂ ਸਿੰਘਾਂ ਦੀਆਂ ਰਹਿਮਤਾਂ ਵਰਤਨ। ਪਰਿਵਾਰ ਦਾ ਧੰਨਵਾਦ। ਆਪ ਸਮੁੱਚੀ ਸੰਗਤ ਨੂੰ ਬੜੀ ਕਿਰਪਾ ਹੈ ਜੀ। ਮਹਾਰਾਜ ਦੀ ਕਿਰਪਾ ਇਸੇ ਤਰ੍ਹਾਂ ਬਣੀ ਰਵੇ, ਤੁਹਾਡੀ ਇਕਾਗਰਤਾ ਬਣੀ ਰਵੇ, ਸਹਿਜ ਦੇ ਵਿੱਚ ਇਹ ਅਨਹਦ ਨਾਦ ਵੱਜਦੇ ਰਹਿਣ ਤੇ ਇਸੇ ਤਰ੍ਹਾਂ ਹੀ ਜੁੜ ਕੇ ਤੁਸੀਂ ਬਹਿੰਦੇ ਰਹੋ ਤੇ ਗੁਰੂ ਮਹਾਰਾਜ ਸਾਹਿਬ ਜੀ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ। ਮੈਂ ਬੜੀਆਂ ਗਲਤੀਆਂ ਕਰ ਗਿਆ ਹੋਵਾਂਗਾ, ਭੁੱਲਣੇ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਤਿਗੁਰੂ ਜੀ ਤੇ ਆਪ ਸੰਗਤ ਬਖਸ਼ਣ ਜੋ ਕੋ ਬਖਸ਼ ਲੈਣਾ। ਗੁਰੂ ਦਾ ਇਤਿਹਾਸ ਕਹਿੰਦਿਆਂ ਹੋਇਆਂ ਬਹੁਤ ਊਨਤਾਈਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ ਸਮੁੱਚੀਆਂ ਹੀ ਸੰਗਤਾਂ ਦਾ, ਮਾਵਾਂ ਦਾ, ਭੈਣਾਂ ਦਾ, ਬੱਚਿਆਂ ਦਾ, ਆਪ ਬਜ਼ੁਰਗਾਂ ਦਾ, ਵੀਰਾਂ ਦਾ ਧੰਨਵਾਦ। ਸਮੁੱਚੇ ਹੀ ਪ੍ਰਬੰਧ ਦਾ ਸਭ ਤੋਂ ਵੱਧ ਰੋਮ ਰੋਮ ਕਰਕੇ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਹੋਈਆਂ ਗਲਤੀਆਂ ਭੁੱਲਾਂ ਨੂੰ ਨਾ ਚਤਾਰਦੇ ਹੋਏ ਚੜ੍ਹਦੀ ਕਲਾ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।